ਨੀਚ ਕੁਲਾ ਝੋਲਾ ਹਰਾ, ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੁਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜੱਟ ਰੋ, ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਈਆਂ, ਧਨਾ ਵਡ ਭਾਗਾ। ਇਹ ਬਿਦ ਸੁਣ ਕੇ ਜੱਟ ਰੋ, ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਈਆਂ, ਧਨਾ ਵਡ ਭਾਗਾ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ। ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ, ਦੂਜੀ ਦੁਰਮਤ ਅੰਨੀ ਬੋਲੀ। ਕਾਮ ਕ੍ਰੋਧ ਕੀ ਕੱਚੀ ਚੋਲੀ, ਘਰ ਵਰ ਸਹਿਜ ਨ ਜਾਣੈ ਸੋਹਰ। ਬਿਨ ਪਿਰ ਨੀਂਦ ਨਾ ਪਾਈ ਹੈ, ਦੂਜੀ ਦੁਰਮਤ ਅੰਨੀ ਬੋਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਅੱਜ ਭਗਤ ਨਾਮਦੇਵ ਜੀਆਂ ਦਾ ਪ੍ਰਕਾਸ਼ ਦਿਹਾੜਾ ਵੀ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਹਨਾਂ ਦੇ ਜੀਵਨ ਬਾਬਤ ਵੀ ਆਪਾਂ ਬਚਨ ਸਰਵਣ ਕਰਾਂਗੇ, ਪਰ ਉਸ ਤੋਂ ਪਹਿਲਾਂ ਜੋ ਸਤਿਗੁਰੂ ਜੀ ਗੁਰਬਾਣੀ ਦੀ ਦਾਤ ਦੇ ਨਾਲ ਸਾਨੂੰ ਨਿਹਾਲ ਕਰ ਰਹੇ ਨੇ, ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਮਾਰੂ ਰਾਗ ਦਾ ਇਹ ਸ਼ਬਦ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਸ਼ਬਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। 22 ਸ਼ਬਦ ਮਾਰੂ ਸੋਹਲਿਆਂ ਦੇ ਅੰਦਰ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆ ਰਹੇ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਮਾਰੂ ਸੋਹਲੇ ਦਾ ਤੀਜਾ ਸ਼ਬਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਖਸ਼ਦੇ ਹਨ। ਦੂਜੀ ਦੁਰਮਤ ਅੰਨੀ ਬੋਲੀ। ਗੁਰਮੁਖੋ, ਇੱਕ ਹੈ ਗੁਰਮਤ ਤੇ ਦੂਜੀ ਹੈ ਦੁਰਮਤ। ਗੁਰਮਤ ਉਹ ਹੈ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਗੁਰੂ ਕੀ ਮੱਤ, ਗੁਰੂ ਦੇ ਵੱਲੋਂ ਦਿੱਤੀ ਹੋਈ ਮਰਿਆਦਾ, ਗੁਰੂ ਦੇ ਵੱਲੋਂ ਸਿਖਾਇਆ ਗਿਆ ਸਾਨੂੰ ਜੀਵਨ। ਗੁਰ ਕੀ ਮੱਤ ਤੂੰ ਲੇਹ ਇਹ ਆਨੇ। ਜੇ ਤੂੰ ਅਣਜਾਣ ਹੈ ਤੇ ਗੁਰੂ ਕੀ ਮੱਤ ਲੈ ਕੇ ਸਿਆਣਾ ਬਣ ਜਾ। ਗੁਰੂ ਦੀ ਮੱਤ ਗੁਰਮਤ ਹੈ।
ਗੁਰੂ ਦੀ ਮੱਤ ਤੋਂ ਜਿਹੜੀ ਦੂਜੀ ਆ ਉਸ ਦੇ ਉਲਟ ਉਹਨੂੰ ਕਿਹਾ ਜਾਂਦਾ ਦੁਰਮਤ। ਦੁਰਮਤ ਤੋਂ ਭਾਵ ਹੁੰਦਾ ਖੋਟੀ ਮੱਤ, ਮਾੜੇ ਵਿਚਾਰ, ਮਾੜੇ ਕੰਮ, ਮਾੜੀ ਸਲਾਹ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਇਹ ਜਿਹੜੀ ਦੁਰਮਤ ਹੈ, ਇਹ ਦੁਰਮਤ ਵਾਲੀ ਮੱਤ ਨੂੰ ਛੱਡ ਦੇਣਾ ਕਰ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਲਿਖਿਆ, ਮਨ ਰੇ ਕੌਣ ਕੁਮਤ ਤੈ ਲੀਨੀ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਦੁਰਮਤ ਦਾ ਜ਼ਿਕਰ ਕਰਦੇ ਆ, ਮਨਾ ਇਹ ਕਿਹੜੀ ਖੋਟੀ ਮੱਤ ਤੂੰ ਧਾਰਨ ਕਰ ਲਈ ਹੈ। ਮਨ ਰੇ ਐ ਮੇਰਿਆ ਮਨਾ, ਕੌਣ ਕੁਮਤ, ਕਿਹੜੀ ਕੁਮਤ ਕਹੀਏ ਖੋਟੀ ਮੱਤ ਲੈ ਲਈ ਹੈ। ਮਨ ਰੇ ਕੌਣ ਕੁਮਤ ਹੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹੀਂ ਕੀਨੀ। ਦੁਰਮਤ ਕੀ ਹੈ, ਖੋਟੀ ਮੱਤ ਕੀ ਹੈ, ਪਰਦਾਰਾ, ਪਰਾਈ ਇਸਤਰੀ ਦਾ ਸੰਗ ਕਰਨਾ, ਇਹ ਦੁਰਮਤ ਹੈ, ਇਹ ਗੁਰਮਤ ਨਹੀਂ ਹੈ। ਗੁਰੂ ਦੀ ਮੱਤ ਇਹ ਗੱਲ ਕਹਿੰਦੀ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ, ਇਹ ਗੁਰੂ ਦੀ ਮੱਤ ਹੈ। ਪਰ ਬੇਟੀ ਕੋ ਬੇਟੀ ਜਾਣੈ, ਪਰ ਮਾਤ ਕੋ ਮਾਤ ਵਖਾਨੈ, ਇਹ ਗੁਰਮਤ ਹੈ। ਦੂਜੇ ਦੀ ਬੇਟੀ ਨੂੰ ਆਪਣੀ ਬੇਟੀ ਜਾਣਨਾ, ਦੂਜੇ ਦੀ ਮਾਤਾ ਨੂੰ ਆਪਣੀ ਮਾਤਾ ਜਾਣਨਾ, ਇਹ ਗੁਰੂ ਦੀ ਮੱਤ ਹੈ। ਗੁਰੂ ਦੀ ਮੱਤ ਤੋਂ ਉਲਟ ਜਿਹੜੀ ਦੁਰਮਤ ਹੈ ਉਹ ਹੈ ਪਰਦਾਰਾ, ਪਰਾਏ ਘਰ ਵੱਲ ਵੇਖਣਾ, ਮਨ ਵਿੱਚ ਵਕਾਰ ਰੱਖਣਾ। ਦੁਰਮਤ ਦੀ ਦੂਜੀ ਨਿਸ਼ਾਨੀ ਇਹ ਹੈ ਪਰਦਾਰਾ ਨਿੰਦਿਆ, ਜਿਹੜੀ ਨਿੰਦਿਆ ਕਰਦਾ ਨਾ ਵਿਅਕਤੀ ਦੂਜੇ ਦੀ। ਨਿੰਦਿਆ ਕਰਨੀ ਹੈ ਬੜੀ ਸੌਖੀ ਹੈ, ਜਿਹਦੇ ਕੋਲ ਮਰਜ਼ੀ ਜਾ ਕੇ ਖੜ ਕੇ ਜਿੰਨੇ ਮਰਜ਼ੀ ਬਚਨ ਕਰੀ ਚੱਲੋ, ਪਰ ਨਿੰਦਿਆ ਕਰਕੇ ਕਿਸੇ ਦੀ ਮੈਲ ਧੋਣੀ, ਇਹਦਾ ਭਾਰ ਚੁੱਕਣਾ ਬੜਾ ਔਖਾ ਹੈ। ਜਿਹੜਾ ਬੰਦਾ ਨਿੰਦਿਆ ਕਰਦਾ ਉਹ ਵੀ ਗੁਰਮਤੀਆ ਨਹੀਂ ਹੈ, ਉਹ ਵੀ ਦੁਰਮਤੀਆ ਹੀ ਹੈ, ਖੋਟੀ ਮੱਤ ਵਾਲਾ ਹੀ ਹੈ। ਪਰ ਨਿੰਦਿਆ, ਮਹਾਰਾਜ ਕਹਿਣ ਲੱਗੇ ਬਚਨੇ ਪਰਦਾਰਾ ਨਿੰਦਿਆ ਰਸ ਰਚਿਓ। ਨਿੰਦਿਆ ਦਾ ਰਸ, ਨਿੰਦਿਆ ਦਾ ਵੀ ਇੱਕ ਸਵਾਦ ਹੈ, ਚੁਗਲੀ ਦਾ ਵੀ ਇੱਕ ਆਪਣਾ ਸਵਾਦ ਹੈ, ਤੇ ਵਕਾਰ ਭੁਗਨੇ ਉਹਨਾਂ ਦਾ ਇੱਕ ਆਪਣਾ ਸਵਾਦ ਹੈ। ਇਹਨਾਂ ਨੂੰ ਮਹਾਰਾਜ ਨੇ ਲਿਖਿਆ ਇਹ ਸਾਰੇ ਦੇ ਸਾਰੇ ਨੇ ਦੁਰਮਤ, ਇਹ ਖੋਟੀ ਮੱਤ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਦੂਜੀ ਦੁਰਮਤ, ਇੱਕ ਹੈ ਗੁਰਮਤ ਤੇ ਦੂਜੀ ਹੈ ਦੁਰਮਤ, ਖੋਟੀ ਮੱਤ। ਪਾਤਸ਼ਾਹ ਕਹਿਣ ਲੱਗੇ ਇਸ ਤੋਂ ਰਹਿਤ ਹੋਣਾ ਕਰ। ਦੂਜੀ ਦੁਰਮਤ ਅੰਨੀ ਬੋਲੀ, ਇਹ ਜਿਹੜੀ ਦੁਰਮਤ ਵਾਲੀ ਜੀਵ ਰੂਪ ਇਸਤਰੀ ਹੈ, ਜਿੰਨੇ ਆਪਾਂ ਜੀਵ ਆ ਨਾ, ਸਾਨੂੰ ਇਸਤਰੀ ਮਹਾਰਾਜ ਨੇ ਕਥਨ ਕੀਤਾ ਹੈ, ਤੇ ਦੁਰਮਤ ਹੋਣ ਕਰਕੇ ਅਸੀਂ ਅੰਨੇ ਬੋਲੇ ਹੋ ਗਏ ਆ, ਨਾ ਕਿਸੇ ਦੀ ਗੱਲ ਸੁਣਦੀ ਹੈ। ਜੇ ਕੋਈ ਬੰਦਾ ਸਾਨੂੰ ਚੰਗੀ ਗੱਲ ਸਮਝਾਵੇ ਨਾ, ਸੁਣਾਵੇ, ਤੇ ਅਸੀਂ ਆਖਦੇ ਹਾਂ ਜਾ ਜਾ ਆਪਣਾ ਕੰਮ ਕਰ, ਸਾਨੂੰ ਗਿਆਨ ਦੇਣ ਦੀ ਲੋੜ ਨਹੀਂ ਹੈ। ਇਹ ਹੈ ਬੋਲਾ ਹੋਣਾ, ਕਿ ਗੱਲ ਤੇ ਅਗਲੀ ਚੰਗਾ ਕਹਿੰਦਾ ਪਿਆ, ਸਾਡੇ ਭਲੇ ਵਾਸਤੇ ਦੱਸਦਾ ਪਿਆ, ਪਰ ਅਸੀਂ ਉਹਦੀ ਗੱਲ ਸੁਣਨੀ ਨਹੀਂ ਚਾਹੁੰਦੇ। ਸਾਡੇ ਵਿੱਚ ਦੁਰਮਤ ਇੰਨੀ ਕੁੱਟ-ਕੁੱਟ ਕੇ ਭਰੀ ਗਈ ਹੈ, ਜੇ ਅਗਲਾ ਆਖਦਾ ਸੀ ਇਹਨੇ ਜਾ ਤੂੰ ਆਪਣਾ ਕੰਮ ਕਰ, ਇਹ ਹੈ ਬੋਲਾ ਹੋਣਾ। ਸਾਡੇ ਸਾਹਮਣੇ ਦਿਸਦਾ ਪਿਆ ਹੈ ਇਹ ਕੰਮ ਗਲਤ ਹੋ ਰਿਹਾ ਹੈ, ਪਰ ਦੁਨੀਆਦਾਰੀ ਵਿੱਚ ਲਿਹਾਜ਼ ਰੱਖਣ ਵਾਸਤੇ ਅਸੀਂ ਗਲਤ ਕੰਮ ਨੂੰ ਵੇਖ ਕੇ ਵੀ ਆਖਦੇ ਨਹੀਂ ਸਹੀ ਹੈ ਭਾਈ, ਇਸੇ ਤਰ੍ਹਾਂ ਹੀ ਕਰੋ। ਜਦੋਂ ਕਿਤੇ ਕੰਮ ਕਿਸੇ ਦਾ ਕੋਈ ਵਿਗੜਦਾ ਆਵੇ ਨਾ, ਕਿਸੇ ਨਾਲ ਧੋਖਾ ਹੋਵੇ ਨਾ, ਧੱਕਾ ਹੋਵੇ, ਚਾਰ ਬੰਦੇ ਇਕੱਠੇ ਕਰਦਾ, ਆਹ ਵੇਖੋ ਜੀ ਮੇਰੇ ਨਾਲ ਅਨਿਆਂ ਹੋ ਰਿਹਾ ਹੈ। ਜਿਹੜੇ ਚਾਰ ਬੰਦੇ ਗਏ ਨਿਆਂ ਕਰਨ ਵਾਸਤੇ, ਉਹਨਾਂ ਵੇਖਿਆ ਵੀ ਦੂਜੇ ਪਾਸੇ ਦਾ ਪਲੜਾ ਭਾਰੀ ਹੈ, ਇੱਧਰ ਬੰਦੇ ਜ਼ਿਆਦੇ ਪਹੁੰਚ ਵਾਲੇ ਨੇ, ਇੱਧਰ ਬੰਦੇ ਹੌਲੇ ਨੇ, ਉਹਨਾਂ ਨੇ ਝਾਟੀ ਫਿਰਕੀ ਮਾਰੀ, ਉੱਧਰਲੇ ਬੰਨੇ ਹੋ ਗਏ। ਵੇਖ ਲਿਆ ਹੈ, ਪਤਾ ਲੱਗ ਗਿਆ ਵੀ ਇਹ ਬੰਦੇ ਗਲਤ ਨੇ ਔਰ ਗਲਤ ਫੈਸਲਾ ਕਰਦੇ ਪਏ, ਆਪ ਵੀ ਉਹਨਾਂ ਦੀ ਹਾਂ ਵਿੱਚ ਹੀ ਹਾਂ ਮਿਲਾਈ ਵੀ ਠੀਕ ਹੈ, ਇਹਨੂੰ ਕਹਿੰਦੇ ਅੰਨਾ ਹੋਣਾ। ਮਹਾਰਾਜ ਕਹਿਣ ਲੱਗੇ ਦੁਰਮਤੀਆਂ ਦੀ ਨਿਸ਼ਾਨੀ ਇਹ ਹੈ, ਇੱਕ ਤੇ ਉਹ ਜਿਹੜੇ ਨੇ ਅੰਨੇ ਹੋ ਚੁੱਕੇ ਨੇ, ਵੇਖ ਕੇ ਸਾਹਮਣੇ ਨਿਆਂ ਦੀ ਗੱਲ ਨਹੀਂ ਕਰਦੇ। ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ ਸਰਹੰਦ ਦੇ ਅੰਦਰ, ਤੇ ਉੱਥੇ ਨਿਆਂ ਹੋ ਰਿਹਾ, ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੀ ਗੱਲ ਹੋ ਰਹੀ ਹੈ, ਇਹਨਾਂ ਨੂੰ ਕੁੱਟਿਆ ਜਾਵੇ, ਇਹਨਾਂ ਨੂੰ ਮਾਰਿਆ ਜਾਵੇ, ਨੀਹਾਂ ਵਿੱਚ ਚੜਿਆ ਜਾਵੇ, ਪੱਥਰ ਮਾਰੇ ਜਾਣ, ਇਹਨਾਂ ਨੂੰ ਸੋਟੀਆਂ ਮਾਰੀਆਂ ਜਾਣ, ਗੱਲਾਂ ਹੋ ਰਹੀਆਂ। ਸਾਰਿਆਂ ਨੇ ਅੱਖਾਂ ਬੰਦ ਕਰ ਲਈਆਂ, ਸਾਰੇ ਜਾਣੇ ਕਹਿਣ ਲੱਗ ਪਿਆ ਵਜ਼ੀਰ ਖਾਨ ਨੂੰ, ਹਾਂ ਸ਼ਾਬਾਸ਼ ਸ਼ਾਬਾਸ਼, ਬੜੀ ਚੰਗੀ ਗੱਲ ਹੈ, ਸਜ਼ਾ ਦੇਣੀ ਚਾਹੀਦੀ, ਕਾਫਰ ਨੇ, ਕਾਫਰ ਦੇ ਬੱਚੇ ਨੇ। ਪਰ ਉੱਥੇ ਇੱਕ ਅੱਖਾਂ ਵਾਲਾ ਬੈਠਾ ਹੈ, ਮਲੇਰ ਕੋਟਲੀਆ ਨਵਾਬ, ਕਹਿਣ ਲੱਗਾ ਇਹ ਪਾਪ ਹੈ,
ਮੈਂ ਇਸ ਵਿੱਚ ਆਪਣੇ ਆਪ ਨੂੰ ਨਹੀਂ ਪਾਉਂਦਾ ਹਾਂ। ਮੈਂ ਇਹ ਪਾਪ ਨਹੀਂ ਕਹਿਣ ਵਾਸਤੇ ਕਹਿੰਦਾ, ਮੈਂ ਰੋਕਦਾ ਹਾਂ ਇਹ ਕੰਮ ਨਾ ਕੀਤਾ ਜਾਵੇ। ਇਹ ਪਾਪ ਹੈ, ਬਰਬਾਦ ਕਰ ਦੇਵੇਗਾ ਸਾਨੂੰ ਸਾਰਿਆਂ ਨੂੰ। ਇਸ ਤਰ੍ਹਾਂ ਕੁਝ ਵਿਰਲੇ ਹੀ ਹੋਇਆ ਕਰਦੇ ਜਿਹੜੇ ਸਾਰੀ ਸਭਾ ਦੇ ਉਲਟ ਚੱਲਦੇ, ਜਿਹੜੇ ਸਾਰਿਆਂ ਦੇ ਉਲਟ ਜਾ ਕੇ ਨਾਅਰਾ ਦਿੰਦੇ, ਹੋਕਾ ਦਿੰਦੇ। ਹਾਂ ਦਾ ਨਾਅਰਾ ਤਾਂ ਹੀ ਆਖਿਆ ਨਾ ਵੀ ਸ਼ੇਰ ਮੁਹੰਮਦ ਖਾਨ ਨੇ ਮਾਰਿਆ ਮਲੇਰਕੋਟਲੀਏ ਨਵਾਬ ਨੇ। ਨਹੀਂ ਤੇ ਮਹਾਰਾਜ ਕਹਿਣ ਲੱਗੇ ਦੁਰਮਤੀਏ ਜਿਹੜੇ ਲੋਕ ਨੇ ਉਹ ਵੇਖ ਕੇ ਸਭ ਕੁਝ ਵੀ ਨਿਆਂ ਦੀ ਗੱਲ ਨਹੀਂ ਕਰਦੇ, ਅੰਨੇ ਹੋ ਚੁੱਕੇ ਨੇ। ਤੇ ਬੋਲਾ ਕੀ ਹੋਣਾ, ਕਿਸੇ ਨੇ ਚੰਗੀ ਗੱਲ ਕਹਿ ਦਿੱਤੀ ਵੀ ਇਹ ਜੇ ਭਲਾ ਹੋ, ਚੱਲ ਤੂੰ ਇਹ ਗੱਲ ਮੈਨੂੰ ਨਾ ਕਹਿ, ਮੈਨੂੰ ਸਭ ਪਤਾ ਹੈ, ਇਹ ਬੋਲਾ ਹੋਣਾ ਹੈ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਦੂਜੀ ਦੁਰਮਤ ਅੰਨੀ ਬੋਲੀ। ਗੁਰਮੁਖੋ ਅੰਨਾ ਬੋਲਾ ਇੱਕ ਇਹ ਹੁੰਦਾ ਹੈ, ਅੰਨੇ ਬੋਲੇ ਤੋਂ ਭਾਵ ਆ ਕੌੜਾ ਬੋਲਣਾ। ਕੋਈ ਤੁਹਾਨੂੰ ਬੜੇ ਪਿਆਰ ਨਾਲ ਬੁਲਾਉਂਦਾ, ਸਤਿਕਾਰ ਨਾਲ ਬੁਲਾਉਂਦਾ, ਭਾਈ ਸਾਹਿਬ ਜੀ ਕਹਿੰਦਾ, ਗੁਰਮੁਖ ਕਹਿੰਦਾ, ਪਰ ਤੁਸੀਂ ਜਦੋਂ ਪੈਣਾ ਉਖੜੀ ਕੁਹਾੜੀ ਵਾਂਗੂ ਅੱਗੋਂ ਬੋਲ ਕਬੋਲ ਹੀ ਬੋਲਣਾ, ਮਾੜਾ ਹੀ ਬੋਲਣਾ, ਕੌੜਾ ਹੀ ਬੋਲਣਾ। ਇਹ ਵੀ ਦੁਰਮਤੀਆਂ ਦੀ ਨਿਸ਼ਾਨੀ ਹੈ, ਗੁਰਮਤੀਆਂ ਦੀ ਨਹੀਂ ਨਿਸ਼ਾਨੀ ਹੈ। ਗੁਰਮਤੀਆਂ ਦੀ ਨਿਸ਼ਾਨੀ ਇਹ ਹੈ, ਆਓ ਜੀ ਤੂੰ ਆਓ ਹਮਾਰੇ। ਇਹ ਗੁਰਮਤੀਆਂ ਦੀ ਨਿਸ਼ਾਨੀ। ਆਓ ਜੀ ਗੁਰਮੁਖੋ, ਆਓ ਬੈਠੋ ਭਾਈ, ਆਓ ਆਪਾਂ ਨਾਮ ਜਪੀਏ, ਆਓ ਆਪਾਂ ਸਿਮਰਨ ਕਰੀਏ, ਸਤਸੰਗਤ ਵਿੱਚ ਚੱਲੀਏ, ਗੁਰੂ ਘਰ ਚੱਲੀਏ, ਆਓ ਗੁਰਮੁਖੋ ਚੱਲੀਏ। ਇਹ ਗੁਰਮਤੀਏ ਨੇ। ਤੇ ਜਿਹੜਾ ਮਨਮਤੀਆ ਉਹਦੀ ਨਿਸ਼ਾਨੀ ਹੈ ਵੀ ਜਦੋਂ ਉਹਨੇ ਬੋਲਣਾ ਕੌੜਾ ਹੀ ਬੋਲਣਾ, ਗਾਲ ਦੇ ਕੇ ਬੋਲਣਾ, ਮਾੜਾ ਹੀ ਬੋਲਣਾ, ਮਨ ਦਿਖਾਉਣ ਵਾਲੀ ਗੱਲ ਕਰਨੀ ਹੈ। ਇਹ ਦੂਜੀ ਨਿਸ਼ਾਨੀ ਹੈ ਦੁਰਮਤੀਆਂ ਦੀ, ਕੋਟੀ ਮੱਤ ਵਾਲਿਆਂ ਦੀ। ਫਿਰ ਫਰਮਾਉਂਦੇ ਹਨ, ਦੂਜੀ ਦੁਰਮਤ ਅੰਨੀ ਬੋਲੀ। ਗੁਰਮੁਖੋ ਦੋ ਅੱਖਾਂ ਰੱਬ ਨੇ ਸਾਨੂੰ ਅੰਦਰ ਵੀ ਦਿੱਤੀਆਂ ਨੇ। ਇੱਕ ਹੈ ਗਿਆਨ ਦੀ ਅੱਖ ਤੇ ਦੂਜੀ ਹੈ ਵੈਰਾਗ ਦੀ ਅੱਖ। ਵੈਰਾਗ ਕੀ ਹੈ? ਨਾਂਗੇ ਪਾਉ ਤੇ ਗਏ ਜਿਨ ਕੇ ਲਾਖ ਕਰੋੜ। ਇਹ ਵੈਰਾਗ ਹੈ। ਤੇ ਮਹਾਰਾਜ ਨੇ 10ਵੇਂ ਪਾਤਸ਼ਾਹ ਲਿਖਿਆ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸੋਈਏ ਪੜ੍ਹ ਕੇ ਆਪਾਂ ਆਏ ਹਾਂ ਨਿਤਨੇਮ ਦੇ ਵਿੱਚ। ਇਹ ਵੈਰਾਗ ਹੈ ਬੰਦਿਆ। ਦੁਨੀਆ ਤੋਂ ਵੱਡੇ ਵੱਡੇ ਰਾਜੇ ਨੰਗੇ ਹੱਥ ਨੰਗੇ ਪੈਰ ਗਏ, ਦੁਨੀਆ 'ਚੋਂ ਨਾਲ ਕੁਝ ਨਹੀਂ ਹੋ ਜਾਣਾ। ਇਹ ਵੈਰਾਗ ਹੈ। ਤੇ ਗਿਆਨ ਇਹ ਹੁੰਦਾ ਵੀ ਆਹ ਕੰਮ ਚੰਗਾ ਹੈ, ਆਹ ਮਾੜਾ ਹੈ, ਆਹ ਪਾਪ ਵਾਲਾ ਕੰਮ ਇਹ ਨਹੀਂ ਕਰਨਾ ਹੈ, ਆਹ ਭਲੇ ਵਾਲਾ ਕੰਮ ਇਹ ਕਰਨਾ ਹੈ। ਇਹ ਗਿਆਨ ਹੈ। ਪਾਤਸ਼ਾਹ ਫਿਰ ਫਰਮਾਉਂਦੇ ਹਨ, ਦੂਜੀ ਦੁਰਮਤ ਅੰਨੀ ਬੋਲੀ। ਗੁਰਮੁਖੋ ਦੋ ਸਾਡੇ ਕੋਲ ਹੋਰ ਦਾਤਾਂ ਨੇ, ਇੱਕ ਹੈ ਸੁਰਤੀ ਤੇ ਦੂਜਾ ਹੈ ਸਿਮਰਤੀ। ਸਿਮਰਤੀ ਤੋਂ ਭਾਵ ਲੈ ਲੈਣਾ ਧਾਰਮਿਕ ਗ੍ਰੰਥ। ਇੱਕ ਅੱਖ ਸਾਡੀ ਹੈ ਧਾਰਮਿਕ ਗ੍ਰੰਥ ਜਿਹੜਾ ਸਾਨੂੰ ਰਾਹ ਦੱਸਦਾ ਪਿਆ, ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ ਤੇਰਾ ਭਲਾ ਹੋਵੇਗਾ। ਇਹ ਵੀ ਸਾਡੇ ਕੋਲ ਇੱਕ ਅੱਖ ਹੈ, ਪਰ ਅਸੀਂ ਉਹ ਅੱਖ ਬੰਦ ਕੀਤੀ ਹੋਈ ਹੈ। ਕਦੀ ਅੱਖ ਖੋਲ੍ਹੀ ਹੈ ਗੁਰਬਾਣੀ ਪੜ੍ਹਨ ਵਾਲੀ, ਕਦੇ ਅੱਖ ਖੋਲ੍ਹੀ ਹੈ ਇਤਿਹਾਸ ਪੜ੍ਹਨ ਵਾਲੀ, ਕਦੇ ਅੱਖ ਖੋਲ੍ਹੀ ਹੈ ਵੀ ਗੁਰੂ ਨੇ ਕੀ ਲਿਖਿਆ ਅਸੀਂ ਵੀ ਵੇਖ ਲਈਏ। ਨਹੀਂ, ਅੱਖ ਬੰਦ ਹੀ ਕੀਤੀ ਹੋਈ ਹੈ। ਸਾਡੀ ਵਿਚਾਰ ਇਹ ਆ ਵੀ ਬਾਣੀ ਪੜ੍ਹਨੀ, ਇਤਿਹਾਸ ਪੜ੍ਹਨਾ ਇਹ ਤੇ ਗਿਆਨੀ ਦਾ ਕੰਮ ਹੈ। ਇਹ ਤੇ ਭਾਈ ਜੀ ਪੜ੍ਹਨ ਗੁਰਬਾਣੀ ਤੇ ਭਾਈ ਜੀ ਕਰਨ ਗਿਆਨ ਦੀ ਗੱਲ, ਸਾਡਾ ਕੰਮ ਨਹੀਂ। ਅਸੀਂ ਤੇ ਅੱਖ ਬੰਦ ਕਰ ਲਈ ਹੈ। ਪਰ ਇਹ ਅੱਖ ਖੁੱਲ੍ਹਣੀ ਚਾਹੀਦੀ ਹੈ, ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਤੇ ਦੂਜੀ ਅੱਖ ਮਹਾਰਾਜ ਨੇ ਸਾਨੂੰ ਵਰਤੀ ਹੈ ਸੁਰਤੀ। ਸੁਰਤੀ ਤੋਂ ਭਾਵ ਹੁੰਦਾ ਸੁਰਤ ਟਿਕਾਉਣੀ, ਧਿਆਨ ਟਿਕਾਉਣਾ। ਇਹ ਵੀ ਸਾਡੀ ਅੱਖ ਬੰਦ ਹੈ। ਕਦੇ ਜਪਜੀ ਸਾਹਿਬ ਪੜ੍ਹਨ ਤੋਂ ਪਹਿਲਾਂ ਇਹ ਅਰਦਾਸ ਨਹੀਂ ਆਪਾਂ ਕਰਦੇ ਵੀ ਮਹਾਰਾਜ ਮੈਂ ਜਪਜੀ ਸਾਹਿਬ ਦਾ ਪਾਠ ਤੁਸੀਂ ਕਰਵਾਉਣ ਲੱਗੇ ਹੋ, ਪਰ ਮੇਰੇ 'ਤੇ ਕਿਰਪਾ ਇਹ ਕਰਿਓ ਮੇਰਾ ਮਨ ਟਿਕਿਆ ਰਵੇ। ਨਹੀਂ, ਸੁਰਤ ਟਿਕਾਉਣ ਦਾ ਕਦੇ। ਫਿਰ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ, ਸਾਡਾ ਮਨ ਚਲਾ ਗਿਆ ਪਾਸੇ, ਅਸੀਂ ਕਦੇ ਯਤਨ ਨਹੀਂ ਕੀਤਾ ਵੀ ਮੇਰਾ ਮਨ ਕਿੱਥੇ ਆ ਤੇ ਮੈਂ ਕਰਦਾ ਕੀ ਪਿਆ। ਮਨ ਨੂੰ ਵਾਪਸ ਲੈ ਕੇ ਆਵਾਂ, ਗੁਰਬਾਣੀ ਵਿੱਚ ਲਾਵਾਂ। ਸਗੋਂ ਅਸੀਂ ਤੇ ਪਾਠ ਕਰਦੇ ਹਾਂ ਮਨ ਨੂੰ ਹੋਰ ਭਟਕਾਉਂਦੇ ਹਾਂ। ਜੇ ਕਿਸੇ ਦਾ ਮੋਬਾਈਲ ਫੋਨ ਆ ਗਿਆ ਤਾਂ ਉਹ ਚੁੱਕ ਕੇ ਗੱਲਾਂ ਕਰੀ ਦੀਆਂ, ਜੇ ਕਿਸੇ ਨੇ ਕੋਈ ਮੈਸੇਜ ਕਰ ਦਿੱਤਾ ਉਹ ਵੇਖਣ ਲੱਗ ਪਈਦਾ। ਸਾਡਾ ਧਿਆਨ ਤੇ ਹੋਰ ਭਟਕ ਗਿਆ। ਸਗੋਂ ਨਾ ਸਾਡੇ ਕੋਲ ਸੁਰਤੀ, ਸੁਰਤ ਕਹੀਏ ਟਿਕਾ, ਸਾਡੇ ਕੋਲ ਟਿਕਾ ਵਾਲੀ ਅੱਖ ਵੀ ਨਹੀਂ ਵੀ ਮਨ ਕਿਵੇਂ ਟਿਕਾਉਣਾ ਹੈ। ਤੇ ਸਾਡੇ ਦੇ ਕੋਲ ਸਿਮਰਤੀ ਤੋਂ ਭਾਵ ਹੈ ਧਾਰਮਿਕ ਗ੍ਰੰਥ ਵਾਲੀ ਵੀ ਅੱਖ ਨਹੀਂ, ਗਿਆਨ ਨਹੀਂ ਹੈ। ਇਹ ਅੱਖਾਂ ਤੋਂ ਬਿਨਾਂ ਹੋਣ ਕਰਕੇ ਅਸੀਂ ਅੰਨੇ ਹੋ ਚੁੱਕੇ ਹਾਂ। ਤੇ ਮਹਾਰਾਜ ਫਿਰ ਫਰਮਾਉਂਦੇ ਹਨ, ਦੂਜੀ ਦੁਰਮਤ ਅੰਨੀ ਬੋਲੀ। ਗੁਰਮੁਖੋ ਇੱਕ ਅੱਖ ਹੈ ਸਾਡੀ ਨਿਸ਼ਚਾ। ਇਹ ਵੀ ਇੱਕ ਅੱਖ ਹੈ। ਗੁਰੂ ਨੇ ਬਚਨ ਕੀਤਾ ਉਹ ਤੇ ਪੂਰਾ ਨਿਸ਼ਚਾ ਹੋਣਾ ਵੀ ਇਹ ਗੁਰੂ ਨੇ ਆਖਿਆ, ਇਹ ਬਚਨ ਪੂਰਾ ਹੀ ਹੈ, ਇਹ ਤੇ ਸ਼ੰਕਾ ਕੋਈ ਨਹੀਂ ਹੈ। ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕਰਦੇ ਪਏ ਸੀ
ਨੂਰੇ ਮਾਈ ਨੇ ਆ ਕੇ ਆਖਿਆ ਨਾ ਮਹਾਰਾਜ ਸਾਹਿਬਜ਼ਾਦੇ ਛੋਟੇ ਸ਼ਹੀਦ ਹੋ ਗਏ, ਤੇ ਮਹਾਰਾਜ ਨੇ ਕਾਈ ਦਾ ਬੂਟਾ ਪੱਟ ਕੇ ਆਖਿਆ, ਕਹਿਣ ਲੱਗੇ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਉੱਥੇ ਇੱਕ ਮੁਸਲਮਾਨ ਬੈਠਾ ਹੋਇਆ ਰਾਏ ਕੱਲਾ, ਜਿਹਦੇ ਕੋਲ ਮਹਾਰਾਜ ਬੈਠੇ ਨੇ, ਉਹਨੇ ਚਰਨ ਹੀ ਫੜ ਲਿਆ। ਉਸੇ ਵੇਲੇ ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ੋ, ਮੈਂ ਵੀ ਤੇ ਮੁਸਲਮਾਨ ਹਾਂ, ਤੁਸੀਂ ਜੜ੍ਹਾਂ ਪੱਟ ਦਿੱਤੀਆਂ, ਮੇਰੇ ਰਾਜ ਦੀਆਂ ਵੀ ਪੱਟੀਆਂ ਗਈਆਂ, ਮੇਰਾ ਖਾਨਦਾਨ ਵੀ ਸਾਰਾ ਖਤਮ ਹੋ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਰਾਏ ਕੱਲੇ ਹੁਣ ਤੇ ਬਚਨ ਹੋ ਗਿਆ ਹੈ, ਤੂੰ ਪਹਿਲਾਂ ਬੇਨਤੀ ਕਰ ਲੈਂਦਾ ਤੇ ਤੈਨੂੰ ਬਾਹਰ ਕੱਢ ਲੈਂਦੇ, ਪਰ ਹੁਣ ਬਚਨ ਹੋ ਗਿਆ। ਰਾਏ ਕੱਲੇ ਨੇ ਫਿਰ ਆਖਿਆ, ਕਹਿਣ ਲੱਗਾ ਮਹਾਰਾਜ ਮੈਨੂੰ ਥੋੜ੍ਹੀ ਪਤਾ ਸੀ ਵੀ ਤੁਸੀਂ ਇਹ ਬਚਨ ਕਹਿ ਦੇਣਾ, ਮੈਨੂੰ ਕੀ ਪਤਾ, ਜੇ ਪਤਾ ਹੁੰਦਾ ਤਾਂ ਮੈਂ ਪਹਿਲਾਂ ਬੇਨਤੀ ਕਰਦਾ। ਪਾਤਸ਼ਾਹ ਕਹਿਣ ਲੱਗੇ ਨਹੀਂ, ਹੁਣ ਇਹ ਬਚਨ ਕੀਤਾ ਵਾਪਸ ਨਹੀਂ ਹੋਵੇਗਾ। ਜਦੋਂ ਦੂਜੀ ਵਾਰੀ ਕਿਹਾ ਨਾ ਵੀ ਬਚਨ ਵਾਪਸ ਨਹੀਂ ਹੋਵੇਗਾ, ਰਾਏ ਕੱਲੇ ਨੇ ਆਪਣੇ ਪਰਿਵਾਰ ਨੂੰ ਆਵਾਜ਼ ਮਾਰੀ, ਕਹਿਣ ਲੱਗਾ ਜਿੰਨੀਆਂ ਵੀ ਘਰ ਵਿੱਚ ਬੀਬੀਆਂ ਨੇ, ਔਰਤਾਂ ਨੇ, ਜਿੰਨੇ ਵੀ ਘਰ ਵਿੱਚ ਮੇਰੇ ਬਜ਼ੁਰਗ ਨੇ, ਬੱਚੇ ਨੇ, ਸਾਰੇ ਜਾਣੇ ਤਿਆਰ ਹੋ ਕੇ ਸਮਾਨ ਗੱਡਿਆਂ ਤੇ ਲੱਦ ਲਓ। ਪਰਿਵਾਰ ਨੇ ਪੁੱਛਿਆ ਕਿਉਂ? ਕਹਿਣ ਲੱਗਾ ਜਿੱਧਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਗੇ ਆਪਾਂ ਵੀ ਨਾਲ ਹੀ ਚੱਲਾਂਗੇ, ਇਹਨਾਂ ਦੀ ਸੇਵਾ ਕਰਾਂਗੇ। ਜਦੋਂ ਕਿਤੇ ਸੇਵਾ ਵੇਖ ਕੇ ਮਹੀਨੇ ਬਾਅਦ, 2 ਮਹੀਨੇ ਬਾਅਦ, 6 ਮਹੀਨੇ ਬਾਅਦ ਜਦੋਂ ਖੁਸ਼ ਹੋਣਗੇ ਨਾ, ਉਦੋਂ ਕਹਿਣਗੇ ਵੀ ਰਾਏ ਕੱਲਿਆ ਮੰਗ ਕੀ ਚਾਹੀਦਾ, ਤੇ ਫਿਰ ਮੈਂ ਮੰਗਾਂਗਾ ਵੀ ਮਹਾਰਾਜ ਮੇਰੀ ਜੜ ਲੱਗੀ ਰਵੇ ਤੇ ਮੇਰਾ ਰਾਜ ਬਣਿਆ ਰਵੇ, ਮੈਂ ਮੰਗ ਲਵਾਂਗਾ, ਫਿਰ ਇਹ ਬਚਨ ਤੋਂ ਮੈਨੂੰ ਮਾਫੀ ਮਿਲ ਜਾਏਗੀ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੰਨਾਂ 'ਚ ਪਏ ਤੇ ਸਤਿਗੁਰੂ ਜਾਣ ਗਿਆ ਵੀ ਇਹਨੂੰ ਸਾਡੇ ਬਚਨ ਤੇ ਕਿੰਨਾ ਭਰੋਸਾ ਹੈ। ਅਜੇ ਤੇ ਅਸੀਂ ਬਚਨ ਕੀਤਾ ਹੈ ਵੀ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ, ਪੱਟਣ ਨੂੰ ਤੇ ਅਜੇ ਸਮਾਂ ਲੱਗਣਾ ਹੈ, ਪਰ ਇਹਨੂੰ ਪਹਿਲਾਂ ਭਰੋਸਾ ਹੈ ਵੀ ਪੱਟੀਆਂ ਗਈਆਂ। ਫਿਰ ਮਹਾਰਾਜ ਨੇ ਆਖਿਆ, ਕਹਿਣ ਲੱਗੇ ਰਾਏ ਜੀ ਜੇ ਤੁਸੀਂ ਇੰਨਾ ਹੀ ਭਰੋਸਾ ਰੱਖਦੇ ਹੋ, ਇਹ ਤੇ ਸਾਡੇ ਨਾਲ ਤੁਸੀਂ ਜੋਰਾ ਜੋਰੀ ਕੀਤੀ ਹੈ, ਅਸੀਂ ਪੱਟ ਤੇ ਦਿੱਤੀਆਂ ਪਰ ਤੁਸੀਂ ਲਾਉਣੀਆਂ ਚਾਹੁੰਦੇ ਹੋ। ਆਪਣੀ ਬੁੱਕਲ ਦੇ ਵਿੱਚੋਂ ਮਹਾਰਾਜ ਨੇ ਸ੍ਰੀ ਸਾਹਿਬ ਕੱਢੀ, ਰਾਏ ਕੱਲੇ ਨੂੰ ਫੜਾ ਕੇ ਆਖਿਆ, ਕਹਿਣ ਲੱਗੇ ਜਿੰਨਾ ਚਿਰ ਇਸ ਸ੍ਰੀ ਸਾਹਿਬ ਦੀ ਸੇਵਾ ਪਰਿਵਾਰ ਸ਼ਰਧਾ ਦੇ ਨਾਲ ਕਰਦੇ ਰਹੋਗੇ, ਤੁਹਾਡਾ ਰਾਜ ਭਾਗ ਵੀ ਬਣਿਆ ਰਹੇਗਾ ਔਰ ਤੁਹਾਡੀ ਸੰਤਾਨ ਵੀ ਇਸੇ ਤਰ੍ਹਾਂ ਹੀ ਰਹੇਗੀ। ਜਦੋਂ ਬਚਨ ਸੁਣਿਆ ਨਾ, ਤੇ ਉਸ ਵੇਲੇ ਰਾਏ ਕੱਲੇ ਨੇ ਉਹ ਸ੍ਰੀ ਸਾਹਿਬ ਲਈ ਮਹਾਰਾਜ ਦੇ ਕੋਲੋਂ। ਇਹ ਲੰਮੇ ਜੱਟਪੁਰੇ ਦੀ ਕਥਾ ਹੈ, ਮੋਗੇ ਦੇ ਨੇੜੇ। ਤੇ ਉਹਨੇ ਸ੍ਰੀ ਸਾਹਿਬ ਫੜ ਕੇ ਆਪਣੇ ਪਰਿਵਾਰ ਨੂੰ ਆਖਿਆ, ਕਹਿਣ ਲੱਗਾ ਮੇਰੇ ਪਰਿਵਾਰ ਦੇ ਮੈਂਬਰੋ, ਇਹਨੂੰ ਕੱਲੀ ਸ੍ਰੀ ਸਾਹਿਬ ਨਾ ਜਾਣਿਓ, ਇਹ ਸ੍ਰੀ ਸਾਹਿਬ ਨਹੀਂ ਹੈ, ਇਹ ਮੇਰੇ ਵਾਸਤੇ ਤੇ ਮੇਰੇ ਪਰਿਵਾਰ ਵਾਸਤੇ ਰਾਜ ਭਾਗ ਹੈ, ਔਰ ਮੇਰੇ ਪਰਿਵਾਰ ਦੀਆਂ ਜੜ੍ਹਾਂ ਇਸੇ ਕਿਰਪਾਨ ਦੇ ਵਿੱਚ ਨੇ। ਜਿੰਨਾ ਚਿਰ ਸਤਿਕਾਰ ਕਰਦੇ ਰਹੋਗੇ ਜੜ੍ਹਾਂ ਲੱਗੀਆਂ ਰਹਿਣਗੀਆਂ। ਇਹ ਹੁੰਦਾ ਨਿਸ਼ਚਾ ਗੁਰੂ ਦੇ ਉੱਪਰ। ਅਸੀਂ ਤੇ ਰੋਜ਼ ਬਚਨ ਸੁਣਦੇ ਹਾਂ, ਬਾਣੀ ਵੀ ਸੁਣਦੇ ਹਾਂ, ਕਥਾ ਵੀ ਸੁਣਦੇ ਹਾਂ, ਹੁਕਮਨਾਮਾ ਵੀ ਸੁਣਦੇ, ਪਰ ਨਿਸ਼ਚਾ ਨਹੀਂ ਕਰਦੇ, ਭਰੋਸਾ ਨਹੀਂ ਕਰਦੇ। ਮਹਾਰਾਜ ਕਹਿਣ ਲੱਗੇ ਗੁਰੂ ਕਿਹਾ ਸਿੱਖਾ ਤੇਰੀ ਇੱਕ ਨਿਸ਼ਚੇ ਵਾਲੀ ਅੱਖ ਬੰਦ ਹੋ ਚੁੱਕੀ ਹੈ, ਭਰੋਸੇ ਵਾਲੀ, ਇਹਨੂੰ ਖੋਲ, ਅੱਖ ਨੂੰ ਬੰਦ ਨਾ ਹੋਣ ਦੇ। ਤੇ ਦੂਜੀ ਅੱਖ ਹੈ ਵਿਚਾਰ, ਜਿਹੜੇ ਸ਼ੁਭ ਵਿਚਾਰ ਹੋਣੇ। ਸ਼ੁਭ ਵਿਚਾਰ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਪਰ ਇਕੱਲਾ ਕਹਿਣ ਤੱਕ ਨਹੀਂ ਹੈ ਵੀ ਅਰਦਾਸ ਦੇ ਵਿੱਚ ਕਹਿ ਲਿਆ ਤੇ ਚਲੋ ਠੀਕ ਹੈ, ਉਹ ਕੰਮ ਕਰਨਾ ਪਵੇਗਾ, ਭਲੇ ਦਾ ਕੰਮ ਕਰਨਾ ਪਵੇਗਾ। ਤੇ ਭਲਾ ਤੇ ਆਪਾਂ ਕਰਦੇ ਨਹੀਂ ਨਾ। ਇਹ ਧਰਤੀ ਮਹਾਰਾਜ ਨੇ ਸਾਰਿਆਂ ਵਾਸਤੇ ਬਣਾਈ, ਆਪਣੇ ਵਾਸਤੇ ਵੀ ਬਣਾਈ, ਪਸ਼ੂਆਂ ਵਾਸਤੇ ਬਣਾਈ, ਪੰਛੀਆਂ ਵਾਸਤੇ ਬਣਾਈ। ਰੁੱਖ ਵੱਢ ਦਿੱਤੇ ਅਸੀਂ ਤੇ ਪੰਛੀਆਂ ਦੇ ਆਲ੍ਹਣੇ ਚਲੇ ਗਏ। ਫਸਲਾਂ ਨੂੰ ਇਹੋ ਜਿਹਾ ਕੀਟਨਾਸ਼ਕ, ਬੜੀਆਂ ਭਿਆਨਕ ਰੇਹਾਂ ਸਪਰੇਆਂ ਹੋ ਰਹੀਆਂ ਵੀ ਜਾਨਵਰ ਖਾ ਕੇ ਮਰਦੇ ਪਏ। ਅਸੀਂ ਕੇਵਲ ਕਹਿੰਦੇ ਪਏ ਹਾਂ ਵੀ ਸਰਬੱਤ ਦਾ ਭਲਾ, ਪਰ ਕਰਦੇ ਨਹੀਂ, ਸਗੋਂ ਬਰਬਾਦੀ ਕਰਦੇ ਪਏ। ਮਹਾਰਾਜ ਕਹਿਣ ਲੱਗੇ ਦੂਜਾ ਬਚਨ ਇਹ ਹੈ, ਤੇਰਾ ਵਿਚਾਰ ਸ਼ੁਭ ਹੋਣਾ ਚਾਹੀਦਾ ਹੈ, ਭਲੇ ਦਾ। ਇਹ ਦੂਜੀ ਅੱਖ ਹੈ। ਗੁਰਮੁਖੋ ਸਾਡੀਆਂ ਦੋਵੇਂ ਹੀ ਬੰਦ ਨੇ। ਤਾਂ ਹੀ ਮਹਾਰਾਜ ਨੇ ਆਖਿਆ ਅੰਨੀ ਬੋਲੀ, ਤਾਂ ਹੀ ਸਾਨੂੰ ਅੰਨੇ ਆਖਿਆ ਵੀ ਨਾ ਤੇ ਸਾਡੇ ਕੋਲ ਸ਼ੁਭ ਵਿਚਾਰ ਹੈ, ਨਾ ਸਾਡੇ ਕੋਲ ਨਿਸ਼ਚਾ ਹੈ। ਦੋ ਹੀ ਅੱਖਾਂ ਨੇ, ਇੱਕ ਹੈ ਨਿਸ਼ਚੇ ਭਰੋਸੇ ਵਾਲੀ, ਉਹ ਵੀ ਬੰਦ ਹੈ, ਤੇ ਸ਼ੁਭ ਵਿਚਾਰ ਵਾਲੀ ਵੀ ਬੰਦ ਹੈ। ਦੋ ਅੱਖਾਂ ਨੇ ਸਾਡੀਆਂ, ਇੱਕ ਹੈ ਸੁਰਤੀ ਤੇ ਦੂਜੀ ਹੈ ਸਿਮਰਤੀ। ਸਿਮਰਤੀ ਤੋਂ ਭਾਵ ਹੈ ਧਾਰਮਿਕ ਗ੍ਰੰਥ, ਉਹ ਵੀ ਸਾਡੀ ਅੱਖ ਬੰਦ ਹੈ। ਧਾਰਮਿਕ ਗ੍ਰੰਥ ਦਾ ਸਾਨੂੰ ਕੋਈ ਗਿਆਨ ਨਹੀਂ ਹੈ, ਤੇ ਸਾਡੀ ਸੁਰਤ ਤੇ ਕਦੇ ਟਿਕੀ ਨਹੀਂ ਟਿਕਿਆ, ਧਿਆਨ ਤੇ ਕਦੇ ਇੱਕ ਮਿੰਟ ਦਾ ਨਹੀਂ ਟਿਕਿਆ। ਅੱਖਾਂ ਇਹ ਵੀ ਦੋ ਬੰਦ ਨੇ। ਤੇ ਦੋ ਅੱਖਾਂ ਮਹਾਰਾਜ ਨੇ ਗਿਆਨ ਤੇ ਵੈਰਾਗ ਦੀਆਂ ਲਿਖੀਆਂ। ਨਾ ਸਾਨੂੰ ਗਿਆਨ ਹੈ ਤੇ ਨਾ ਵੈਰਾਗ ਹੈ।
ਇਸ ਕਰਕੇ ਜੀਵ ਰੂਪ ਇਸਤਰੀ ਦੀਆਂ ਨੇਤਰ ਬੰਦ ਹੋਣ ਕਰਕੇ ਅੰਨਾ ਬੋਲਾ ਇਸ ਨੂੰ ਆਖਿਆ ਹੈ। ਕਾਮ ਕ੍ਰੋਧ ਕੀ ਕੱਚੀ ਚੋਲੀ। ਇਹ ਜਿਹੜਾ ਸਰੀਰ ਹੈ, ਕਾਮ ਕ੍ਰੋਧ ਦੀ ਕੱਚੀ ਚੋਲੀ ਅਸੀਂ ਪਹਿਨੀ ਬੈਠੇ ਆ। ਚੋਲੀ ਤੋਂ ਭਾਵ ਹੁੰਦਾ ਗੁਰਮੁਖੋ ਕੱਪੜਾ ਗਲ ਵਿੱਚ ਪਾਉਣ ਵਾਲਾ। ਇਹ ਜਿਹੜਾ ਅਸੀਂ ਤਨ ਉੱਪਰ ਕੱਪੜਾ ਪਾਇਆ ਵੀ ਵਿਕਾਰਾਂ ਦਾ ਹੀ ਹੈ। ਹਰ ਵੇਲੇ ਤਨ ਵਿੱਚੋਂ ਵਿਕਾਰ ਹੀ ਨਿਕਲਦਾ ਹੈ। ਕਦੇ ਕਾਮ ਦੇ ਖਿਆਲ ਆਉਣ ਲੱਗ ਪੈਂਦੇ, ਕਦੇ ਮੋਹ ਦੇ ਖਿਆਲ ਆਉਂਦੇ ਪਏ, ਕਦੇ ਲੋਭ ਦੇ ਖਿਆਲ ਆਉਂਦੇ ਪਏ, ਵਿਚਾਰ ਆਉਂਦੇ ਪਏ। ਇਹ ਵਿਕਾਰਾਂ ਰੂਪੀ ਚੋਲੀ ਪਹਿਨੀ ਹੋਈ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਕਾਮ ਕ੍ਰੋਧ ਕੀ ਕੱਚੀ ਚੋਲੀ। ਇਹ ਕਾਮ ਕ੍ਰੋਧ ਆਦਿਕਾਂ ਦੀ ਭਰੀ ਹੋਈ ਕੱਚੀ ਚੋਲੀ ਕੀ ਹੈ? ਇਹ ਜੋ ਸਾਡੀ ਦੇਹ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ। ਇਹ ਸਰੀਰ ਸਾਡਾ ਵਿਕਾਰਾਂ ਦਾ ਭਰਿਆ ਹੋਇਆ ਹੈ। ਇਹ ਕੱਚੀ ਚੋਲੀ ਸਰੀਰ ਨੂੰ ਵੀ ਇੱਥੇ ਮਹਾਰਾਜ ਨੇ ਆਖਿਆ ਹੈ। ਇਹ ਦੇਹ ਰੂਪੀ ਕੱਚੀ ਚੋਲੀ ਜਿਹੜੀ ਆ ਗੁਰਮੁਖਾ ਤੇਰੀ ਵਿਕਾਰਾਂ ਦੀ ਭਰੀ ਹੋਈ ਹੈ। ਘਰ ਵਰ ਸਹਿਜ ਨ ਜਾਣੈ ਸ਼ੋਹਰ। ਪਾਤਸ਼ਾਹ ਕਹਿਣ ਲੱਗੇ ਅੰਤਹਿਕਰਨ ਰੂਪੀ ਤੇਰਾ ਘਰ ਹੈ, ਪਰ ਇਸ ਅੰਤਹਿਕਰਨ ਰੂਪੀ ਘਰ ਦੇ ਵਿੱਚ ਵਰ ਜਿਹੜਾ ਪਤੀ ਹੈ ਨਾ ਪਰਮਾਤਮਾ, ਨਾ ਜਾਣੈ ਸ਼ੋਹਰ। ਸ਼ੋਹਰ ਤੋਂ ਭਾਵ ਹੁੰਦਾ ਇਆਣੀ ਜੀਵ ਰੂਪ ਇਸਤਰੀ ਜਿਹੜੀ ਹੈ, ਉਹ ਪਤੀ ਰੂਪ ਪਰਮਾਤਮਾ ਨੂੰ ਅੰਤਹਿਕਰਨ ਰੂਪੀ ਘਰ ਦੇ ਵਿੱਚ ਨਹੀਂ ਜਾਣਦੀ ਹੈ। ਬਿਨ ਫਿਰ ਨੀਂਦ ਨਾ ਪਾਈ ਹੈ। ਜਿੰਨਾ ਚਿਰ ਪਤੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਨਾ ਕਰਦਾ ਗੁਰਮੁਖਾ, ਉਹਨਾਂ ਚਿਰ ਤੈਨੂੰ ਸ਼ਾਂਤੀ ਦੀ ਨੀਂਦ ਨਹੀਂ ਆਉਣੀ ਹੈ। ਸੁਖ ਵਾਲੀ ਨੀਂਦ, ਚੈਨ ਵਾਲੀ ਨੀਂਦ, ਸ਼ਾਂਤੀ ਦੇਣ ਵਾਲੀ ਨੀਂਦ ਜਿਹੜੀ ਹੈ, ਇਹ ਉਹਨਾਂ ਚਿਰ ਪ੍ਰਾਪਤ ਨਹੀਂ ਹੋਣੀ ਹੈ। ਅੰਤਰ ਅਗਨ ਜਲੈ ਭੜਕਾਰੇ। ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਮੱਚਦੇ ਪਏ। ਇੱਕ ਤੇ ਹੁੰਦੀ ਹੈ ਨਾ ਵੀ ਅੱਗ ਹੌਲੀ ਹੌਲੀ ਬਲੇ ਤੇ ਚਲੋ ਦੁੱਧ ਵੀ ਗਰਮ ਕਰ ਲਈਦਾ, ਪ੍ਰਸ਼ਾਦਾ ਵੀ ਬਣਾ ਲਈਦਾ, ਤੇ ਜੇ ਉਹ ਅੱਗ ਲਟਾ ਲਟ ਕਰਕੇ ਬਲੇ ਤੇ ਉਹ ਦੁੱਧ ਵੀ ਉਬਾਲ ਦਿੰਦੀ ਹੈ, ਪ੍ਰਸ਼ਾਦਾ ਵੀ ਸਾੜ ਦਿੰਦੀ ਹੈ। ਪਾਤਸ਼ਾਹ ਕਹਿਣ ਲੱਗੇ ਤੇਰੇ ਅੰਦਰ ਜਿਹੜੀ ਅੱਗ ਬਲਦੀ ਪਈ ਹੈ, ਤ੍ਰਿਸ਼ਨਾ ਦੀ ਅੱਗ, ਉਹ ਇੰਨੀ ਭਿਅੰਕਰ ਬਲਦੀ ਪਈ ਹੈ ਵੀ ਸਭ ਕੁਝ ਸਾੜੀ ਜਾਂਦੀ ਹੈ ਵੀ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਸਭ ਕੁਝ ਲੈਣ ਵਾਸਤੇ ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਬੜੀ ਭਾਂਬੜ ਦੇ ਵਾਂਗ ਮਚ ਰਹੀ ਹੈ। ਮਨਮੁਖ ਤੱਕੇ ਕੁੰਡਾਂ ਚਾਰੇ। ਗੁਰਮੁਖੋ ਇਹ ਤ੍ਰਿਸ਼ਨਾ ਦੀ ਅੱਗ ਇੰਨੀ ਭਾਂਬੜ ਮਚਦੇ ਪਏ ਨੇ ਵੀ ਚਾਰੇ ਦਿਸ਼ਾਵਾਂ ਦੇ ਪਦਾਰਥ ਮੇਰੇ ਕੋਲ ਹੀ ਆ ਜਾਣ। ਜੇ ਕੋਈ ਉੱਤਰ ਦੇ ਵਿੱਚ ਖਜ਼ਾਨਾ ਪਿਆ, ਕੋਈ ਦੱਖਣ 'ਚ ਪਿਆ, ਕੋਈ ਪੂਰਬ 'ਚ ਪਿਆ, ਕੋਈ ਪੱਛਮ 'ਚ ਪਿਆ, ਇਹਨਾਂ ਚੌਹਾਂ ਦਿਸ਼ਾਵਾਂ ਦੇ ਵਿੱਚ ਕਿੰਨੇ ਦੇਸ਼ ਨੇ। ਬੰਦਾ ਚਾਹੁੰਦਾ ਵੀ ਸਾਰੇ ਦੇਸ਼ਾਂ ਦੀ ਮਾਇਆ ਮੇਰੇ ਕੋਲ ਹੀ ਆ ਜਾਵੇ। ਰੱਜ ਕੋਈ ਨਹੀਂ ਹੈ। ਇੰਗਲੈਂਡ ਵਰਗੇ ਦੇਸ਼ ਨੇ ਸਾਰੀ ਦੁਨੀਆ 'ਤੇ ਰਾਜ ਕੀਤਾ ਨਾ, ਸਾਰੇ ਦੁਨੀਆ ਦੇ ਮਹਿੰਗੇ ਪਦਾਰਥ ਖੋਹ ਕੇ ਆਪਣੇ ਕੋਲ ਰੱਖ ਲਏ। ਕਿਤਿਓਂ ਕੋਈ ਨੇ ਹੀਰਾ ਚੁੱਕ ਲਿਆ ਤੇ ਕਿਤਿਓਂ ਕੁਝ ਲੈ ਲਿਆ। ਵੱਡੇ ਵੱਡੇ ਰਾਜੇ ਮਹਾਰਾਜੇ, ਉਹਨਾਂ ਦੇ ਸ਼ਸਤਰ, ਉਹਨਾਂ ਦੇ ਬਸਤਰ ਚੁੱਕ ਕੇ, ਕੀਮਤੀ ਵਸਤੂਆਂ, ਸਾਰੀ ਜਗਤ ਦਾ ਸੋਨਾ ਇਕੱਠਾ ਕਰਕੇ ਬੈਠ ਗਏ। ਇਹ ਤ੍ਰਿਸ਼ਨਾ ਦੀ ਅੱਗ ਹੈ, ਭੜ ਭੜ ਕਰਕੇ ਮੱਚਦੀ ਵੀ, ਰੱਜੇ ਫਿਰ ਵੀ ਨਹੀਂ। ਕੋਈ ਵਿਅਕਤੀ ਰੱਜਦਾ ਨਹੀਂ ਹੈ। ਮਾਇਆ ਦੇ ਪਦਾਰਥਾਂ ਦਾ ਇਹ ਇਸ ਤਰ੍ਹਾਂ ਦਾ ਮੋਹ ਹੈ। ਆਪਾਂ ਇੱਕ ਸਾਖੀ ਸਰਵਣ ਕਰਦੇ ਨੇ, ਇੱਕ ਮਹਾਤਮਾ ਨੇ 4 ਮੋਮਬੱਤੀਆਂ ਦਿੱਤੀਆਂ ਕਿਸੇ ਨੂੰ, ਕਹਿਣ ਲੱਗੀ ਇੱਕ ਮੋਮਬੱਤੀ ਜਗਾ ਕੇ ਇੱਕ ਪਾਸੇ ਜਾਈ, ਮਾਇਆ ਵਾਧੂ ਮਿਲੇਗੀ, ਬਾਕੀਆਂ ਦਾ ਸੰਕੋਚ ਕਰੀ। ਉਹ ਕਹਿਣ ਲੱਗਾ ਮਹਾਰਾਜ ਸੰਕੋਚ ਕਿਵੇਂ ਕਰਾਂ, ਜੇ ਗੱਲ ਪੂਰੀ ਨਾ ਬਣੀ। ਕਹਿਣ ਲੱਗੇ ਚੱਲ ਫਿਰ ਦੂਜੀ ਜਗਾ ਲਵੀਂ। ਕਹਿਣ ਲੱਗਾ ਦੂਜੀ ਜਗਾਇਆ ਗੱਲ ਨਾ ਬਣੀ, ਕਹਿੰਦੇ ਚੱਲ ਫਿਰ ਤੀਜੀ ਵੀ ਜਗਾ ਲਵੀਂ, ਪਰ ਸਾਵਧਾਨ, ਤੀਜੀ ਤੋਂ ਬਾਅਦ ਚੌਥੀ ਨਹੀਂ ਜਗਾਉਣੀ ਹੈ। ਕਹਿਣ ਲੱਗਾ ਜੀ ਠੀਕ ਹੈ। ਮੋਮਬੱਤੀ ਜਗਾ ਕੇ ਗਿਆ, ਜਿੱਥੇ ਜਾ ਕੇ ਬੁਝ ਗਈ ਨਾ, ਟੋਇਆ ਪਟਿਆ ਰੁਪਈਏ ਮਿਲ ਗਏ, ਚਾਂਦੀ ਮਿਲ ਗਈ ਹੈ, ਸਿੱਕੇ ਮਿਲ ਗਏ, ਬੜਾ ਖੁਸ਼ ਹੋਇਆ। ਨੋਟ ਮਿਲ ਗਿਆ, ਕਹਿਣ ਲੱਗਾ ਚਲੋ ਜੀ ਆਪਾਂ ਤੇ ਮਾਲਾ ਮਾਲ ਹੋ ਗਏ। ਘਰ ਵਿੱਚ ਆਇਆ, ਸੋਚਦਾ ਪਿਆ, ਕਹਿਣ ਲੱਗਾ ਦੂਜੀ ਨਾ ਜਗਾ ਕੇ ਵੇਖਾਂ, ਉੱਥੋਂ ਕੀ ਪਤਾ ਹੋਰ ਕੁਝ ਮਿਲ ਜਾਵੇ। ਤ੍ਰਿਸ਼ਨਾ ਨਹੀਂ ਨਾ ਬੁਝਦੀ ਬੰਦੇ ਦੀ। ਦੂਜੀ ਜਗਾ ਕੇ ਚੱਲਿਆ ਤੇ ਜਿੱਥੇ ਜਾ ਕੇ ਟੋਇਆ ਪਟਿਆ, ਉੱਥੇ ਸੋਨਾ ਮਿਲ ਗਿਆ, ਸੋਨੇ ਦੇ ਗਹਿਣੇ ਮਿਲ ਗਏ, ਸੋਨੇ ਦੀਆਂ ਇੱਟਾਂ ਮਿਲ ਗਈਆਂ। ਕਹਿਣ ਲੱਗਾ ਲਿਆ ਤੇ ਉਹਦੇ ਨਾਲੋਂ ਵੀ ਵੱਡਾ ਮਿਲ ਗਿਆ। ਹੁਣ ਪੂਰੀ ਗੱਲ ਬਣ ਗਈ ਹੈ। ਫਿਰ ਘਰ ਵਿੱਚ ਆ ਕੇ ਸੋਚਦਾ ਵੀ ਹੁਣ ਤੀਜੀ ਵੀ ਜਗਾਵਾਂ। ਜਦੋਂ ਤੀਜੀ ਜਗਾ ਕੇ ਤੁਰਿਆ, ਜਾ ਕੇ ਟੋਇਆ ਪੱਟ ਕੇ ਵੇਖਦਾ ਬੜੇ ਬੜੇ ਕੀਮਤੀ ਲਾਲ ਪਏ ਹੋਏ, ਹੀਰੇ ਪਏ ਹੋਏ, ਜਵਾਹਰਾਤ ਪਏ ਹੋਏ, ਬੜਾ ਖੁਸ਼ ਹੋਇਆ। ਕਹਿਣ ਲੱਗਾ ਲੈ ਹੁਣ ਆਪਾਂ ਪੂਰੇ ਅਮੀਰ ਹੋ ਗਏ ਹਾਂ, ਸਾਰੀ ਦੁਨੀਆ ਦੀ ਮਾਇਆ ਹੀ ਮੇਰੇ ਕੋਲ ਆ ਗਈ ਹੈ। ਘਰ ਵਿੱਚ ਆ ਕੇ ਫਿਰ ਸੋਚਦਾ ਵੀ ਚੌਥੀ ਮੋਮਬੱਤੀ ਤੇ ਅਜੇ ਘਰ ਪਈ, ਇਹ ਵੀ ਨਾ ਜਗਾ ਲਵਾਂ। ਹੁਣ ਮਹਾਤਮਾ ਦਾ ਬਚਨ ਚੇਤੇ ਆਇਆ ਵੀ ਚੌਥੀ ਨਾ ਜਗਾਈ, ਪਰ ਤ੍ਰਿਸ਼ਨਾ ਨਹੀਂ ਨਾ ਬੰਦੇ ਨੂੰ ਖਲੋਣ ਦਿੰਦੀ, ਜਗਾ ਕੇ ਤੋਰੀ ਪਿਆ।
ਮੋਮਬੱਤੀ ਬੁਝ ਗਈ ਹੈ। ਜਾ ਕੇ ਜਦੋਂ ਟੋਇਆ ਪਟਿਆ ਤੇ ਥੱਲੇ ਇੱਕ ਮਹਿਲ ਦਿਸਿਆ, ਹਵੇਲੀ ਦਿਸੀ, ਪੌੜੀਆਂ ਥੱਲੇ ਨੂੰ ਜਾਂਦੀਆਂ। ਕਹਿਣ ਲੱਗਾ, ਲੈ ਜੇ ਆਹ ਨਾ ਜਗਾਉਂਦਾ ਤੇ ਆਹ ਖਜ਼ਾਨਾ ਕਿੱਥੋਂ ਮਿਲਣਾ ਸੀ? ਥੱਲੇ ਕੋਈ ਮਹਿਲ ਹੈ ਤੇ ਮਹਿਲ ਵਿੱਚ ਬੇਅੰਤ ਧਨ ਪਿਆ ਤੇ ਮੇਰੇ ਕੰਮ ਹੀ ਆਉਣਾ। ਜਦੋਂ ਮਹਿਲ ਦੇ ਥੱਲੇ ਉਤਰਿਆ ਤੇ ਇੱਕ ਵਿਚਾਰਾ ਵਿਅਕਤੀ ਨਾ ਮਹਿਲ ਦਾ ਸ਼ਤੀਰ ਫੜ ਕੇ ਤੇ ਆਪਣੇ ਮੋਢੇ ਤੇ ਰੱਖ ਕੇ ਤੇ ਵਿਚਾਰਾ ਖਲੋਤਾ ਸੁੱਕਾ ਪਿਆ ਤੇ ਜਾਨ ਨਿਕਲਣ ਬਣੀ ਹੋਈ ਹੈ। ਉਹਨੂੰ ਜਾ ਕੇ ਪੁੱਛਦਾ ਵੀ ਇੱਥੇ ਕੋਈ ਖਜ਼ਾਨਾ ਹੈ? ਵੀ ਇਹ ਮੋਮਬੱਤੀ ਬੁਝੀ ਹੈ ਤੇ ਮੈਂ ਥੱਲੇ ਮਹਿਲ ਵਿੱਚ ਆਇਆ, ਤੂੰ ਇੱਥੇ ਰਹਿੰਦਾ, ਤੈਨੂੰ ਪਤਾ ਹੋਵੇਗਾ। ਉਹ ਕਹਿਣ ਲੱਗਾ, ਖਜ਼ਾਨਾ ਤੇ ਹੈ, ਪਰ ਤੂੰ ਅੱਜ ਸ਼ਤੀਰ ਆਪਣੇ ਸਿਰ ਤੇ ਚੁੱਕੇਗਾ ਤੇ ਫਿਰ ਮੈਂ ਦੱਸ ਸਕਦਾ ਵੀ ਕਿੱਥੇ ਹੈ। ਭੱਜ ਕੇ ਜਾ ਕੇ ਸ਼ਤੀਰ ਚੁੱਕਿਆ ਤੇ ਉਹ ਥੱਲਿਓਂ ਵਿਅਕਤੀ ਨਿਕਲ ਕੇ ਪਾਸੇ ਹੋ ਗਿਆ। ਕਹਿੰਦਾ, ਦੱਸ ਖਜ਼ਾਨਾ ਕਿੱਥੇ ਹੈ? ਕਹਿਣ ਲੱਗਾ, ਖਜ਼ਾਨਾ ਤੈਨੂੰ ਕੀ ਦੱਸਾਂ, ਤੇਰੇ ਵਾਂਗੂ ਮੈਨੂੰ ਵੀ ਕਿਸੇ ਨੇ 4 ਮੋਮਬੱਤੀਆਂ ਦਿੱਤੀਆਂ ਤੇ ਮੈਂ ਵੀ ਮਾਇਆ ਲੱਭਦਾ ਲੱਭਦਾ ਸਾਰੇ ਖਜ਼ਾਨੇ, ਤੇ ਮੇਰੇ ਵਾਂਗੂ ਇੱਥੇ ਕੋਈ ਫਸਿਆ ਬੈਠਾ ਸੀ, ਉਹਦੀ ਥਾਂ ਤੇ ਮੈਂ ਸਿਰ ਦਿੱਤਾ, ਇੱਥੇ ਆ ਗਿਆ ਤੇ ਉਹ ਨਿਕਲ ਗਿਆ। ਹੁਣ ਮੇਰੀ ਥਾਂ ਤੇ ਤੂੰ ਫਸ ਗਿਆ ਤੇ ਇਸ ਕਰਕੇ ਹੁਣ ਮੈਂ ਤੇ ਚੱਲਿਆ ਹਾਂ ਤੇ ਫਿਰ ਇਹ ਫਸੇ ਹੋਏ ਨੇ। ਆਖਿਆ, ਮੈਨੂੰ ਕੱਢੇਗਾ ਕੌਣ? ਕਹਿਣ ਲੱਗਾ, ਤੈਨੂੰ ਕੱਢੇਗਾ ਉਹ ਜਿਹੜਾ ਤੇਰੇ ਨਾਲ ਵੱਧ ਤ੍ਰਿਸ਼ਨਾ ਵਾਲਾ ਆਵੇਗਾ। ਕੋਈ ਹੋਰ ਆਵੇਗਾ ਮਗਰ ਮੋਮਬੱਤੀਆਂ ਬਾਲ ਕੇ, ਤੇਰੀ ਥਾਂ ਤੇ ਉਹ ਸਿਰ ਦੇਵੇਗਾ, ਫਿਰ ਤੂੰ ਇੱਥੋਂ ਨਿਕਲ ਜਾਈਂ। ਭਾਵ ਇਹ ਹੈ, ਬੰਦੇ ਨੂੰ ਜੇ ਚਾਂਦੀ ਦੇ ਰੁਪਈਏ ਮਿਲ ਜਾਣ, ਕਹਿੰਦਾ ਸੋਨੇ ਦੇ ਚਾਹੀਦੇ ਨੇ, ਸੋਨੇ ਦੇ ਮਿਲ ਗਿਆ, ਕਹਿੰਦਾ ਹੀਰੇ ਚਾਹੀਦੇ ਨੇ, ਹੀਰੇ ਚੱਲ ਗਏ ਤੇ ਕਹਿੰਦਾ ਹੋਰ ਵੀ ਕੋਈ ਚਾਹੀਦਾ ਹੈ। ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ। ਇਹ ਭਾਂਬੜ ਮੱਚਦੇ ਹੀ ਰਹਿੰਦੇ ਹਰ ਵੇਲੇ, ਔਰ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਸਭ ਕੁਝ ਸਾੜ ਦਿੰਦੇ, ਰਹਿਣ ਕੁਝ ਨਹੀਂ ਦਿੰਦੇ। ਨਾ ਰਿਸ਼ਤਾ ਰਹਿ ਜਾਂਦਾ, ਨਾ ਗੁਰੂ ਦੇ ਨਾਲ ਕੋਈ ਸੰਬੰਧ ਰਹਿ। ਤ੍ਰਿਸ਼ਨਾਲੂ ਬੰਦੇ ਦਾ ਕੋਈ ਰਿਸ਼ਤਾ ਨਹੀਂ। ਜਿਨ੍ਹਾਂ ਦੇ ਅੰਦਰ ਅਮੀਰ ਹੋਣ ਦੀ ਇੰਨੀ ਲਾਲਸਾ ਵੱਧ ਗਈ ਹੈ ਨਾ, ਉਹਦੇ ਵਾਸਤੇ ਨਾ ਕੋਈ ਮਾਂ ਹੈ, ਨਾ ਕੋਈ ਬਾਪ ਹੈ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਕੋਈ ਰਿਸ਼ਤੇਦਾਰੀ ਹੈ। ਤ੍ਰਿਸ਼ਨਾ ਦੀ ਅੱਗ ਨੇ ਸਭ ਕੁਝ ਸਾੜ ਦਿੱਤਾ ਹੈ। ਤੇ ਆਪਾਂ ਵੇਖਦੇ ਨਾ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ, ਫਲਾਣੀ ਥਾਂ ਤੇ ਮਾਂ ਦਾ ਕਤਲ ਹੋ ਗਿਆ, ਭਰਾ ਦਾ ਕਤਲ ਹੋ ਗਿਆ, ਮੁਕੱਦਮੇ ਚੱਲ ਗਏ, ਗੋਲੀਆਂ ਚੱਲ ਗਈਆਂ। ਉਹ ਲਾਲਚੀ ਹੈ ਨਾ, ਤ੍ਰਿਸ਼ਨਾ ਹੀ ਹੈ, ਬੁਝਦੀ ਨਹੀਂ ਪਈ। ਇਹਦਾ ਵੀ ਖਾ ਲਵਾਂ, ਉਹਦਾ ਵੀ ਖਾ ਲਵਾਂ, ਸਾਰਿਆਂ ਦਾ ਹੀ ਖਾ ਲਵਾਂ। ਪਾਤਸ਼ਾਹ ਕਹਿਣ ਲੱਗੇ, ਮਨਮੁਖ ਤੱਕੇ ਕੁੰਡਾਂ ਚਾਰੇ। ਮਨਮੁਖ ਬੰਦਾ ਚਾਰੇ ਦਿਸ਼ਾਵਾਂ ਦੀ ਮਾਇਆ ਤੇ ਪਦਾਰਥ ਚਾਹੁੰਦਾ ਹੈ, ਪਰ ਉਹਨਾਂ ਪਦਾਰਥਾਂ ਦੇ ਆਉਣ ਤੋਂ ਬਾਅਦ ਵੀ ਰੱਜਦਾ ਨਹੀਂ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਲਿਖਿਆ, ਪਾਧਾਨੂੰ ਸੰਸਾਰ ਗਰਭ ਅਟਿਆ। ਬੰਦਾ ਹੈ ਤੇ ਦੁਨੀਆ ਤੇ ਮੁਸਾਫਰ ਹੈ, ਪਰ ਹੰਕਾਰ ਦਾ ਭਰਿਆ ਹੋਇਆ ਵੀ ਮੈਂ ਹੀ ਸਭ ਕੁਝ ਇੱਥੇ ਬਣਾ ਲੈਣਾ ਹੈ। ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ। ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਸੁਖ ਮਿਲਦਾ ਨਹੀਂ ਹੈ। ਤੁਸੀਂ ਜਿੰਨੀ ਮਰਜ਼ੀ ਅਰਬਾਂ ਖਰਬਾਂ ਰੁਪਈਆ ਮਾਇਆ ਕਮਾ ਕੇ ਰੱਖ ਲਓ, ਜਾਂ ਤੁਹਾਡੇ ਤੋਂ ਪਹਿਲਾਂ ਵੀ ਦੁਨੀਆ ਦੇ ਵਿੱਚ ਮਾਇਆ ਕਮਾਉਣ ਵਾਲੇ ਬੜੇ ਹੋਣਗੇ, ਪਰ ਗੁਰੂ ਸੇਵਾ ਤੋਂ ਬਿਨਾਂ ਕਦੇ ਸੁਖ ਨਹੀਂ ਮਿਲਦਾ ਹੈ। ਸਾਚੇ ਹੱਥ ਵਡਾਈ ਹੈ। ਉਸ ਅਕਾਲ ਪੁਰਖ ਦੇ ਹੱਥ ਭਾਈ ਸਾਰੀਆਂ ਵਡਿਆਈਆਂ ਹਨ। ਕਾਮ ਕ੍ਰੋਧ ਹੰਕਾਰ ਨਿਵਾਰੇ। ਇਹ ਗੁਰੂ ਸਮਰੱਥ ਹੈ, ਜਿਹੜਾ ਕਾਮ ਨੂੰ ਮਾਰ ਕੇ, ਕ੍ਰੋਧ ਨੂੰ ਮਾਰ ਕੇ, ਲੋਭ ਤ੍ਰਿਸ਼ਨਾ ਨੂੰ ਮਾਰ ਕੇ ਬਾਹਰ ਕੱਢ ਸਕਦੇ ਹਨ। ਤਸਕਰ ਪੰਚ ਸ਼ਬਦ ਸੰਘਾਰੇ। ਗੁਰੂ ਦਾ ਸ਼ਬਦ ਗੁਰਮੁਖੋ ਉਪਦੇਸ਼ ਇਹੋ ਜਿਹਾ ਜਿਹੜਾ 5 ਚੋਰਾਂ ਨੂੰ ਮਾਰ ਦਿੰਦਾ ਹੈ। ਵਕਾਰਾਂ ਨੂੰ ਚੋਰ ਤਾਂ ਆਖਿਆ ਕਿਉਂਕਿ ਚੋਰ ਜਦੋਂ ਚੋਰੀ ਕਰਦਾ ਉਹ ਪਤਾ ਨਹੀਂ ਲੱਗਣ ਦਿੰਦਾ ਹੈ, ਤੇ ਵਕਾਰ ਸਾਡੇ ਸਰੀਰ ਨੂੰ ਖਾਂਦੇ ਪਏ, ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਪਾਤਸ਼ਾਹ ਕਹਿਣ ਲੱਗੇ, ਜਿਹੜੇ 5 ਚੋਰ ਨੇ, ਇਹਨਾਂ ਨੂੰ ਗੁਰੂ ਫਿਰ ਸ਼ਬਦ ਨਾਲ ਮਾਰ ਕੇ ਬਾਹਰ ਕੱਢਦਾ ਹੈ। ਗਿਆਨ ਖੜਗ ਲੈ ਮਨ ਸਿਓ ਲੂਜਾ। ਗਿਆਨ ਰੂਪੀ ਖੰਡਾ ਲੈ। ਜਿਵੇਂ ਕੋਈ ਸੂਰਮਾ ਲੜੇ ਨਾ ਜੰਗ ਮੈਦਾਨ ਵਿੱਚ, ਤੇ ਉਹਦੇ ਕੋਲ ਸ਼ਸਤਰ ਹੋਣਾ ਜ਼ਰੂਰੀ ਹੈ, ਤਾਂ ਹੀ ਲੜੇਗਾ ਨਾ। ਜੇ ਵਕਾਰਾਂ ਦੇ ਨਾਲ ਲੜਨਾ ਚਾਹਣਾ, ਗੁਰੂ ਕਿਹਾ ਸਿੱਖਾ, ਤੇ ਤੇਰੇ ਕੋਲ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਰੂਪੀ ਖੰਡਾ ਹੋਣਾ ਚਾਹੀਦਾ ਹੈ। ਮਨਸਾ ਮਨ ਹੈ ਸਮਾਈ ਹੈ। ਗਿਆਨ ਖੜਗ ਲੈ ਮਨ ਸਿਓ ਲੂਝੈ। ਗਿਆਨ ਰੂਪੀ ਖੰਡਾ ਲੈ ਕੇ ਮਨ ਰੂਪੀ ਦੁਸ਼ਮਣ ਦੇ ਨਾਲ ਲੜਨਾ ਕਰ। ਮਨਸਾ ਮਨ ਹੈ ਸਮਾਈ ਹੈ। ਅਤੇ ਇਹ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਨੇ ਨਾ, ਮਾੜੀਆਂ ਵਾਸ਼ਨਾਵਾਂ, ਮਾੜੇ ਖਿਆਲ, ਇਹ ਫਿਰ ਅਭਾਵ ਹੋ ਜਾਂਦੇ, ਗੁਰੂ ਦੇ ਸ਼ਬਦ ਨਾਲ ਖਤਮ ਹੋ ਜਾਂਦੇ ਹਨ। ਮਾਂ ਕੀ ਰਕਤ ਪਿਤਾ ਬਿਨ ਧਾਰਾ। ਸਤਿਗੁਰੂ ਜੀ ਨੂੰ ਪੁੱਛਿਆ, ਧਾਰਾ ਮਹਾਰਾਜ ਜੀ, ਇਹ ਦੁਨੀਆ ਤੇ ਅਸੀਂ ਕਿਵੇਂ ਆਏ ਹਾਂ? ਕਬੀਰ ਸਾਹਿਬ ਜੀ ਕਹਿਣ ਲੱਗੇ, ਕਬੀਰਾ ਧੂਰਸਤ ਕੇਰ ਕਹਿ ਪੁਰੀਆ ਬਾਂਦੀ ਦੇ। ਮਿੱਟੀ ਇਕੱਠੀ ਕਰਕੇ ਰੱਬ ਨੇ ਸਰੀਰ ਬਣਾਇਆ, ਪਰ ਕਿਵੇਂ ਬਣਿਆ? ਕਹਿਣ ਲੱਗੇ, ਮਿੱਟੀ ਤੋਂ ਬਣਿਆ ਬੀਜ, ਬੀਜ ਤੋਂ ਬਣਿਆ ਅੰਨ, ਅੰਨ ਤੋਂ ਫਿਰ
ਬਣਿਆ ਪ੍ਰਸ਼ਾਦਾ, ਪ੍ਰਸ਼ਾਦੇ ਤੋਂ ਬਣਿਆ ਖੂਨ, ਖੂਨ ਤੋਂ ਬਣਿਆ ਬਿੰਦ, ਬਿੰਦ ਤੋਂ ਬਣਿਆ ਸੰਸਾਰ। ਪਾਤਸ਼ਾਹ ਕਹਿਣ ਲੱਗੇ ਮਾਂ ਕੀ ਰਕਤ, ਤੇਰਾ ਜਿਹੜਾ ਸਰੀਰ ਹੈ ਨਾ ਇਹ ਮਾਤਾ ਦੇ ਖੂਨ ਤੋਂ ਬਣਿਆ। ਸਾਡੇ ਅੰਦਰ ਜਿਹੜਾ ਖੂਨ ਹੈ ਜਿੱਥੋਂ ਸਾਡਾ ਸਰੀਰ ਬਣਿਆ ਇਹ ਸਾਡੀ ਮਾਂ ਦੇ ਕੋਲੋਂ ਸਾਨੂੰ ਦਾਤ ਮਿਲੀ ਹੈ। ਅਤੇ ਇਹ ਜਿਹੜੇ ਸਾਡੇ ਸਰੀਰ ਦੇ ਹੱਡ ਬਣੇ ਨੇ ਇਹ ਹੱਡ ਜਿਹੜੇ ਨੇ ਇਹ ਬਿੰਦ ਤੋਂ ਬਣੇ। ਮਹਾਰਾਜ ਕਹਿਣ ਲੱਗੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਤਾ ਦੀ ਰਕਤ ਤੋਂ ਅਤੇ ਬਿੰਦ ਤੋਂ ਇਹ ਜਿਹੜਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ। ਮੂਰਤ ਸੂਰਤ ਕਰ ਅਪਾਰਾ। ਗੁਰਮੁਖੋ ਕਿਤੇ ਖੂਨ ਡੁੱਲਿਆ ਹੋਵੇ ਨਾ ਤੇ ਅਸੀਂ ਨੱਕ ਬੁੱਲ ਵੱਟੀ ਦਾ ਵੀ ਉਹ ਪਾਸੇ ਹੋ ਜਾਓ, ਬੜਾ ਬੁਰਾ ਹੈ। ਜ਼ਖਮ ਛਿੱਲਿਆ ਜਾਵੇ, ਸਰੀਰ ਛਿੱਲਿਆ ਜਾਵੇ ਤੇ ਅਸੀਂ ਵੇਖ ਕੇ ਬੜੀ ਨਫ਼ਰਤ ਕਰਦੇ, ਗਿਲਾਨ ਕਰਦੇ। ਕਹਿੰਦੇ ਪ੍ਰਮਾਤਮਾ ਨੇ ਉਸੇ ਖੂਨ ਦਾ ਸਰੀਰ ਬਣਾ ਕੇ ਤੇ ਪਾਤਸ਼ਾਹ ਕਹਿਣ ਲੱਗੇ ਮੂਰਤ ਸੂਰਤ, ਤੇਰੀ ਮੂਰਤੀ ਨੂੰ ਘੱਟ ਕੇ ਸੂਰਤ ਕਹੀਏ ਸੁੰਦਰ ਬਣਾ ਦਿੱਤਾ ਉਹਨੇ। ਹੈ ਤੇ ਸਾਡੇ ਅੰਦਰ ਵੀ ਉਹੀ ਖੂਨ ਹੈ, ਮਿੱਝ ਹੈ, ਹੱਡ ਹੈ। ਜੇ ਹੱਡ ਕਿਤੇ ਬਾਹਰ ਪਿਆ ਹੋਵੇ ਤੇ ਅਸੀਂ ਨੱਕ ਬੁੱਲ ਵੱਟਦੇ ਹਾਂ, ਪਰ ਹੈ ਤੇ ਸਾਡੇ ਸਰੀਰ ਦੇ ਅੰਦਰ ਵੀ। ਪਰ ਉਹ ਪ੍ਰਮਾਤਮਾ ਨੇ ਇੰਨਾ ਸੋਹਣਾ ਤੈਨੂੰ ਬਣਾ ਕੇ ਦੁਨੀਆ ਤੇ ਭੇਜਿਆ ਹੈ। ਜੋਤ ਦਾਤ ਜੇਤੀ ਸਭ ਤੇਰੀ। ਇਹ ਜਿਹੜੀ ਜੋਤ ਹੈ ਨਾ ਤੇਰੇ ਅੰਦਰ ਪ੍ਰਮਾਤਮਾ ਦੀ ਹੈ, ਤੇ ਜਿੰਨੀਆਂ ਦਾਤਾਂ ਨੇ ਵੀ ਪ੍ਰਮਾਤਮਾ ਦੀਆਂ। ਇਕੱਲਾ ਉਹਨੇ ਸਾਨੂੰ ਜੋਤ ਨਹੀਂ ਦਿੱਤੀ ਹੈ, ਉਹ ਜੋਤ ਦੇ ਨਾਲ ਸਰੀਰ ਵੀ ਦਿੱਤਾ, ਸਰੀਰ ਦੇ ਨਾਲ ਦਾਤਾਂ ਵੀ ਦਿੱਤੀਆਂ, ਭੈਣਾਂ ਭਰਾ ਦਿੱਤੇ, ਮਾਤਾ ਪਿਤਾ ਦਿੱਤੇ, ਘਰ-ਬਾਰ ਦਿੱਤਾ, ਨੌਕਰੀ ਚਾਕਰੀ ਦਿੱਤੀ ਹੈ, ਬੱਚੇ ਦਿੱਤੇ। ਇਹ ਸਾਰੀਆਂ ਦਾਤਾਂ ਅਕਾਲ ਪੁਰਖ ਆਪ ਜੀ ਨੇ ਬਖਸ਼ਿਸ਼ ਕੀਤੀਆਂ ਹਨ। ਤੂੰ ਕਰਤਾ ਸਭ ਠਾਈ ਕਰਤੇ ਹੈ। ਅਕਾਲ ਪੁਰਖ ਆਪ ਜੀ ਸਾਰਿਆਂ ਥਾਵਾਂ ਤੇ ਸਮਾਏ ਹੋਏ ਹੋ। ਤੁਝੀ ਕੀਆ ਜੰਮਣ ਮਰਣਾ। ਅਕਾਲ ਪੁਰਖ ਨੇ ਜੰਮਣਾ ਤੇ ਮਰਨਾ ਆਪ ਪੈਦਾ ਕੀਤਾ। ਦੁਨੀਆ ਦੇ ਵਿੱਚ ਕੋਈ ਤਾਕਤ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਜੰਮਣ ਨੂੰ ਵੀ ਨਹੀਂ ਮੇਟ ਸਕਦੀ ਤੇ ਮਰਨ ਨੂੰ ਵੀ ਨਹੀਂ ਮੇਟ ਸਕਦੀ। ਦੁਨੀਆ ਵਿੱਚ ਰਾਜੇ ਮਹਾਰਾਜੇ ਰਿਸ਼ੀ ਮੁਨੀ ਹੋਏ, ਉਹਨਾਂ ਨੇ ਬੜਾ ਬੜਾ ਤਪ ਕਰਕੇ ਵਾਰੇ ਮੰਗਿਆ ਵੀ ਮੌਤ ਨਾ ਆਵੇ, ਪਰ ਜਿਨ੍ਹਾਂ ਨੇ ਵਰ ਮੰਗਿਆ ਨਾ ਮੌਤ ਨਾ ਆਵੇ ਉਹ ਦੁਨੀਆ ਵਿੱਚ ਅੱਜ ਦਿਸਦੇ ਨਹੀਂ ਕਿਧਰੇ। ਇਹਦਾ ਭਾਵ ਇਹ ਹੈ ਵੀ ਮਰ ਗਏ, ਵਰ ਮੰਗਣ ਵਾਲੇ ਬਚੇ ਨਹੀਂ। ਮੌਤ ਤੋਂ ਤੇ ਚਲੋ ਵਰ ਮੰਗਿਆ ਹੈ, ਦੁਨੀਆ ਤੇ ਆ ਕੇ ਤਪ ਕੀਤਾ ਹੈ, ਪਰ ਜੰਮਣ ਤੋਂ ਵੀ ਨਹੀਂ ਰੁਕ ਸਕਦਾ ਕੋਈ। ਜੇ ਕੋਈ ਬੰਦਾ ਆਖੇ ਨਾ ਮੈਂ ਜਨਮ ਲੈਣਾ ਹੀ ਨਹੀਂ, ਨਹੀਂ ਆਵਤ ਕਿਨੇ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ। ਬੰਦੇ ਨੂੰ ਜੇ ਦੁਨੀਆ ਤੇ ਜਨਮ ਲੈਣ ਤੋਂ ਰੱਖਿਆ ਨਹੀਂ ਜਾ ਸਕਦਾ, ਰੋਕਿਆ ਨਹੀਂ ਜਾ ਸਕਦਾ, ਜਨਮ ਲਵੇਗਾ ਹੀ ਲਵੇਗਾ। ਸਮਾਂ ਆਉਣ ਤੇ ਫਿਰ ਮੌਤ ਤੋਂ ਵੀ ਰੱਖਿਆ ਨਹੀਂ ਜਾਂਦਾ। ਇਹ ਮਹਾਰਾਜ ਦਾ ਫਰਮਾਨ ਹੈ। ਤੁਝ ਹੀ ਕੀਆ ਜੰਮਣ ਮਰਨਾ, ਇਹ ਜੰਮਣਾ ਮਰਨਾ ਅਕਾਲ ਪੁਰਖ ਆਪ ਜੀ ਨੇ ਬਣਾਇਆ ਹੈ। ਗੁਰ ਤੇ ਸਮਝ ਪੜੀ ਕਿਆ ਡਰਨਾ। ਜਦੋਂ ਗੁਰੂ ਤੋਂ ਸਮਝ ਪੈ ਗਈ ਨਾ ਇਸ ਗੱਲ ਦੀ, ਹੁਣ ਡਰਨਾ ਕਾਹਦਾ, ਫਿਰ ਤੇ ਗਿਆਨ ਹੋ ਗਿਆ ਹੈ। ਤੂੰ ਦਇਆਲ ਦਇਆ ਕਰ ਦੇਖੇ। ਉਹ ਦਿਆਲਤਾ ਕਰ ਕਰਕੇ ਸਾਰਿਆਂ ਨੂੰ ਵੇਖਦਾ ਹੈ। ਦੁੱਖ ਦਰਦ ਸਰੀਰੋ ਜਾਈ ਜਿਹਦੇ ਹੈ। ਉੱਪਰ ਉਹ ਦਇਆ ਕਰਦਾ ਫਿਰ ਉਹਦੇ ਦੁੱਖ ਤੇ ਦਰਦ ਸਾਰੇ ਮਿਟਾ ਦਿੰਦਾ, ਐਸੀਆਂ ਬਖਸ਼ਿਸ਼ਾਂ ਕਰ ਦਿੰਦਾ ਹੈ। ਗੁਰਮੁਖੋ ਅੱਜ ਸਾਨੂੰ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਪ੍ਰਾਪਤ ਹੋ ਰਿਹਾ ਹੈ। ਭਗਤ ਨਾਮਦੇਵ ਜੀ ਜਿਹੜੇ ਹਨ ਉਹਨਾਂ ਦਾ ਜੀਵਨ ਬਚਨ ਇਸ ਤਰ੍ਹਾਂ ਲਿਖਿਆ ਹੈ ਵੀ ਭਗਤ ਨਾਮਦੇਵ ਜੀ ਜਿਹੜੇ ਸਨ ਉਹ ਸ਼ਿੰਬਾ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਹਨ। ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ, ਗੁਰਬਾਣੀ ਦਾ। ਮਹਾਰਾਜ ਕਹਿਣ ਲੱਗੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛਿਪਰੋ। ਗੁਰਬਾਣੀ ਨੇ ਲਿਖਿਆ ਹੈ ਵੀ ਇਸ ਬਰਾਦਰੀ ਨਾਲ ਉਹ ਸੰਬੰਧ ਰੱਖਦਾ। ਤੇ ਭਗਤ ਨਾਮਦੇਵ ਜੀ ਨਾ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਅਵਤਾਰ ਹੋਇਆ ਹੈ। ਹੰਗੋਲੀ ਦੇ ਇੱਕ ਪਛੜੇ ਜਿਹੇ ਇਲਾਕੇ ਦੇ ਵਿੱਚ ਨਰਸੀ ਨਾਮ ਦਾ ਪਿੰਡ ਹੈ, ਜਿੱਥੇ ਭਗਤ ਜੀਆਂ ਦਾ ਅਵਤਾਰ ਮੰਨਿਆ ਹੈ। 1270 ਈਸਵੀ ਦਾ ਇਹ ਅਵਤਾਰ ਮੰਨਿਆ ਜਾਂਦਾ। ਲਗਭਗ ਥੋੜ੍ਹੀ ਬਹੁਤੀ ਇਹ ਜਿਹੜੀ ਹੈ ਤਰੀਕ ਅੱਗੇ ਪਿੱਛੇ ਵੱਖਰੇ ਵੱਖਰੇ ਵਿਦਵਾਨਾਂ ਦੇ ਵਿਚਾਰ ਦੇ ਨਾਲ ਹੈ, ਪਰ ਭਗਤ ਨਾਮਦੇਵ ਜੀ 1270 ਦੇ ਵਿੱਚ ਇਸ ਸੰਸਾਰ ਦੇ ਵਿੱਚ ਅਵਤਾਰ ਲੈ ਕੇ ਆਏ ਅਤੇ ਉਹਨਾਂ ਨੇ ਫਿਰ ਨਾਮ ਨੂੰ ਜਪ ਕੇ ਬੰਦਗੀ ਕਰਕੇ ਤੇ ਪਰਮਾਤਮਾ ਨੂੰ ਪ੍ਰਾਪਤ ਕੀਤਾ। ਉਹਨਾਂ ਨੇ ਇਹ ਬਚਨ ਸਮਝਾਇਆ ਵੀ ਹੈ। ਕਈ ਵਾਰੀ ਸਾਨੂੰ ਇਹ ਹੁੰਦਾ ਮੈਂ ਬੜਾ ਸੋਹਣਾ ਹੋਵਾਂਗਾ ਤੇ ਮੈਨੂੰ ਰੱਬ ਮਿਲੇਗਾ, ਮੇਰੇ ਕੋਲ ਬੜੇ ਗੁਣ ਹੋਣਗੇ ਤੇ ਮੈਨੂੰ ਪਰਮਾਤਮਾ ਮਿਲ ਜਾਏਗਾ। ਅਸੀਂ ਸੋਚਦੇ ਹਾਂ ਇਹ ਗੱਲ, ਮੇਰੀ ਉੱਚੀ ਕੁੱਲ ਜਾਤ ਹੋਵੇਗੀ ਤੇ ਰੱਬ ਮਿਲੇਗਾ। ਪਰ ਭਗਤ ਨਾਮਦੇਵ ਜੀ ਨੇ ਆਖਿਆ, ਕਹਿਣ ਲੱਗੇ ਤਾਰੀ ਲੈ ਗਨਕਾ। ਹੁਣ ਗਣਕਾ ਵਿੱਚ ਕਿਹੜਾ ਕੋਈ ਚੰਗਾ ਗੁਣ ਹੈ?
ਵਿਸ਼ਵਾ ਦਾ ਕੰਮ ਕਰਦੀ ਹੈ, ਪਰ ਪ੍ਰਮਾਤਮਾ ਨੇ ਉਹਨੂੰ ਵੀ ਤਾਰ ਦਿੱਤਾ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ। ਇੱਕ ਕੁਬਜਾ ਸੀ, ਕੁੱਬੀ ਲੱਕ ਵਾਲੀ, ਜਿਹੜੀ ਕੰਸ ਦੇ ਵਾਸਤੇ ਚੰਦਨ ਵਗੈਰਾ ਰਗੜ ਕੇ ਲੈ ਕੇ ਜਾਂਦੀ ਸੀ ਤਿਲਕ ਲਾਉਣ ਵਾਸਤੇ, ਉਹਦਾ ਵੀ ਭਲਾ ਹੋਇਆ। ਵਿਆਦ ਅਜਾਮਲ ਤਾਰੀ, ਇੱਕ ਵਿਆਦ ਸ਼ਿਕਾਰੀ, ਉਹਦਾ ਭਲਾ ਕੀਤਾ। ਅਜਾਮਲ ਨਾਮ ਦਾ ਬ੍ਰਾਹਮਣ, ਉਸ ਦਾ ਭਲਾ ਕੀਤਾ। ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤਿਉ ਧਰੇ। ਨਾਮਦੇਵ ਜੀ ਕਹਿਣ ਲੱਗੇ, ਜਿਹਦੇ ਕੋਲ ਜਪ ਨਹੀਂ, ਜਿਹਦੇ ਕੋਲ ਤਪ ਨਹੀਂ, ਜਿਹਦੇ ਕੋਲ ਬੰਦਗੀ ਨਹੀਂ, ਪ੍ਰਮਾਤਮਾ ਚਾਹਵੇ ਤੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਐਸੀ ਬਖਸ਼ਿਸ਼ ਵਾਲੇ ਬਚਨ, ਰੂਹਾਨੀਅਤ ਦੇ ਬਚਨ ਉਹਨਾਂ ਨੇ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੇ। ਜਿਸ ਵੇਲੇ ਭਗਤ ਜੀਆਂ ਦੀ ਮਹਿਮਾ ਹੋਈ ਨਾ ਗੁਰਮੁਖੋ ਸੰਸਾਰ ਵਿੱਚ, ਉਸ ਵੇਲੇ ਕੁਝ ਲੋਕ ਵਿਰੋਧ ਵੀ ਕਰਦੇ ਪਏ ਭਗਤ ਨਾਮਦੇਵ ਜੀ ਦਾ। ਇੱਥੋਂ ਤੱਕ ਕਿ ਜਿਹੜਾ ਸਲੇਮ ਸ਼ਾਹ ਬਾਦਸ਼ਾਹ, ਉਹਨੇ ਕਹਿ ਦਿੱਤਾ ਸੀ ਭਗਤ ਨਾਮਦੇਵ ਜੀ ਮਰੀ ਹੋਈ ਗਊ ਜਿਹੜੀ ਹੈ ਜਿਉਂਦੀ ਕਰੋ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਵੀ ਇਹ ਤੇ ਪ੍ਰਮਾਤਮਾ ਦਾ ਹੁਕਮ ਹੈ ਭਾਈ, ਜੇ ਉਹਨੂੰ ਭਾਵੇਗਾ ਤੇ ਉਹ ਜੀਵਾਂ ਨੂੰ ਜ਼ਿੰਦਗੀ ਦਿੰਦਾ, ਜੇ ਉਹਨੂੰ ਭਾਉਂਦਾ ਹੈ ਤੇ ਜੀਵਾਂ ਨੂੰ ਮੌਤ ਮਿਲਦੀ ਹੈ। ਮੈਂ ਕੌਣ ਹੁੰਦਾ ਮਰੀ ਹੋਈ ਗਊ ਨੂੰ ਜਿਵਾਉਣ ਵਾਲਾ। ਜਦੋਂ ਇਹ ਪਤਾ ਲੱਗਾ ਨਾ, ਮਾਂ ਨੂੰ ਵੀ ਸਮੇਂ ਦੀ ਸਰਕਾਰ ਵੀ ਵੈਰ ਪੈ ਗਈ ਹੈ, ਉੱਚੀ ਕੁੱਲ ਵਾਲੇ ਬ੍ਰਾਹਮਣ ਵੀ ਵੈਰ ਕਰਦੇ ਪਏ। ਉਸ ਵੇਲੇ ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਵੀ ਤੂੰ ਭਗਤਾ ਪੁੱਤਰੇ ਛੱਡ, ਇਹਨਾਂ ਕੰਮਾਂ ਤੋਂ ਆਪਾਂ ਕੀ ਲੈਣਾ ਹੈ। ਤੇ ਭਗਤਾਂ ਨੇ ਬਚਨ ਲਿਖਿਆ, ਬਾਦਸ਼ਾਹ ਚੜ੍ਹਿਓ ਅਹੰਕਾਰ ਗੱਜ ਹਸਤੀ ਦੀਨੋ ਚਮਕਾਰ। ਬਾਦਸ਼ਾਹ ਨੂੰ ਘਾਰ ਹੋ ਗਿਆ, ਮੈਂ ਤੇ ਬਲ ਵਾਲਾ ਹਾਥੀ ਨੂੰ ਆਖਿਆ ਵੀ ਆਓ ਇਹਨੂੰ ਭਗਤ ਨਾਮਦੇਵ ਨੂੰ ਮਾਰੀਏ। ਰੁਦਨ ਕਰੇ ਨਾਮੇ ਕੀ ਮਾਏ। ਨਾਮਦੇਵ ਦੀ ਮਾਂ ਰੋਣ ਲੱਗ ਪਈ ਵੀ ਮੇਰੇ ਪੁੱਤਰ ਨੂੰ ਇਹਨਾਂ ਨੇ ਮਾਰ ਦੇਣਾ ਹੈ। ਛੋੜ ਰਾਮ ਕੀ ਨਾ ਭਜੇ ਖੁਦਾਏ। ਕਹਿਣ ਲੱਗੀ ਪੁੱਤਰਾ ਵੀ ਰਾਮ ਨੂੰ ਛੱਡ, ਰਾਮ ਦੇ ਨਾਮ ਲੈਣ ਦੀ ਗੱਲ ਹੀ ਹੈ ਨਾ, ਤਾਂ ਹੀ ਵਿਰੋਧ ਹੁੰਦਾ ਪਿਆ। ਛੱਡ ਦੇ, ਆਪਾਂ ਨਾਮ ਕਿਉਂ ਲੈਣਾ ਹੈ, ਰਹਿਣ ਦੇ ਨਾਮ ਲੈਣਾ, ਜ਼ਿੰਦਗੀ ਬਚਾ। ਉਸ ਵੇਲੇ ਬਚਨ ਆ ਗਿਆ, ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ। ਕਹਿਣ ਲੱਗੇ ਮਾਤਾ ਜੇ ਤੂੰ ਇਹ ਗੱਲ ਕਵੇਂਗੀ ਨਾ ਵੀ ਮੈਂ ਰਾਮ ਦਾ ਨਾਮ ਹੀ ਛੱਡ ਦਿਆਂ ਲੈਣ ਤੋਂ, ਤੇ ਫਿਰ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਬੱਚਾ ਨਹੀਂ। ਪਿੰਡ ਪੜ੍ਹੇ ਤੋਂ ਹਰ ਗੁਣ ਗਾਏ। ਮੁਸੀਬਤ ਪਈ ਹੈ ਤੇ ਪਈ ਜਾਵੇ, ਪਰ ਰੱਬ ਦੇ ਗੁਣ ਗਾਉਣ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜਦੋਂ ਇਹ ਬਚਨ ਆਖਿਆ ਮਾਤਾ ਤੇ ਚੁੱਪ ਕਰ ਗਈ। ਸੁਲਤਾਨ ਨੇ ਫਿਰ ਆਖਿਆ, ਸਲੇਮ ਸ਼ਾਹ ਬਾਦਸ਼ਾਹ ਨੇ ਫਿਰ ਆਖਿਆ, ਕਹਿਣ ਲੱਗੇ ਨਾਮਦੇਵ ਗਊ ਜਿਉਂਦੀ ਕਰ ਦੇ ਜਾਂ ਫਿਰ ਸਜ਼ਾ ਦਈਏ। ਭਗਤ ਨਾਮਦੇਵ ਜੀ ਨੇ ਬਚਨ ਆਖਿਆ, ਕਹਿਣ ਲੱਗੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਕੀਤਾ ਨਹੀਂ ਕੁਝ ਹੋਣਾ, ਰੱਬ ਨੇ ਜੋ ਕਰਨਾ ਉਹ ਹੋਣਾ ਹੈ। ਜਦੋਂ ਇਹ ਬਚਨ ਕੀਤਾ ਤੇ ਉਸ ਵੇਲੇ ਭਗਵਾਨ ਜੀ ਪ੍ਰਗਟ ਹੋ ਗਏ ਨਾਮਦੇਵ ਜੀ ਦੇ ਸਾਹਮਣੇ। ਕਹਿਣ ਲੱਗੇ ਨਾਮਦੇਵ ਦੱਸ, ਤੈਨੂੰ ਰਾਜੇ ਨੇ ਸਜ਼ਾ ਦਿੱਤੀ ਹੈ, ਤੈਨੂੰ ਬੰਨ੍ਹ ਕੇ ਬਿਠਾਇਆ ਹੈ, ਤੇਰਾ ਨਿਰਾਦਰ ਕੀਤਾ ਹੈ। ਜੇ ਤੂੰ ਕਵੇਂ ਤੇ ਮੈਂ ਧਰਤੀ ਚੁੱਕ ਕੇ ਰਾਜੇ ਦੇ ਸਿਰ ਤੇ ਰੱਖ ਦਿਆਂ, ਥੱਲੇ ਮਾਰ ਦਿਆਂ, ਇਸ ਨੂੰ ਮਿੱਧੀ ਦਿਆਂ ਥੱਲੇ। ਇਹਨੇ ਤੇਰਾ ਨਿਰਾਦਰ ਕੀਤਾ ਹੈ। ਜੇ ਤੂੰ ਕਵੇਂ ਤੇ ਮੈਂ ਧਰਤੀ ਥੋੜ੍ਹੀ ਟੇਢੀ ਕਰਕੇ ਤੇ ਸਾਰੇ ਜੀਵ ਜਤਰੂ ਜਿੰਨੇ ਨੇ ਸਮੁੰਦਰ ਵਿੱਚ ਸੁੱਟ ਦਿਆਂ। ਕਹਿ ਤਾਂ ਧਰਨੇ ਕੋਡੀ ਕਰੋ, ਕਹਿ ਤਾਂ ਲੈ ਕਰ ਉੱਪਰ ਧਰੋ। ਗੁਰਬਾਣੀ ਦਾ ਬਚਨ ਹੈ, ਗੁਰੂ ਗ੍ਰੰਥ ਸਾਹਿਬ ਦਾ। ਜੇ ਕਵੇਂ ਤੇ ਧਰਤੀ ਟੇਢੀ ਕਰਕੇ ਜੀਵ ਜੰਤਰਾਂ ਨੂੰ ਸਾਰਿਆਂ ਨੂੰ ਸਮੁੰਦਰ ਵਿੱਚ ਸੁੱਟ ਕੇ ਡੋਬ ਦਈਏ, ਕਵੇਂ ਤੇ ਰਾਜੇ ਨੂੰ ਥੱਲੇ ਦੇ ਕੇ ਮਾਰ ਦਈਏ। ਕਹਿ ਤਾਂ ਮੂਈ ਗਊ ਦਿਓ ਜਵਾਏ। ਜੇ ਤੁਸੀਂ ਕਹੋ ਤੇ ਮਰੀ ਹੋਈ ਗਾਂ ਵੀ ਜਿਉਂਦੀ ਕਰ ਸਕਦੇ ਹਾਂ। ਤੁਸੀਂ ਦੱਸੋ ਕੀ ਕਰਨਾ ਹੈ। ਨਾਮਦੇਵ ਜੀਆਂ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਐ ਪਰਮੇਸ਼ਰ, ਨਾ ਤੇ ਆਪਾਂ ਰਾਜੇ ਨੂੰ ਮਾਰੀਏ ਥੱਲੇ ਦੇ ਕੇ, ਤੇ ਨਾ ਹੀ ਆਪਾਂ ਜਨਤਾ ਨੂੰ ਮਾਰੀਏ। ਲੋਕਾਂ ਨੂੰ ਕਿਉਂ ਮਾਰਨਾ ਹੈ। ਜੇ ਆਪ ਜੀ ਮਿਹਰ ਕਰਨੀ ਚਾਹੁੰਦੇ ਹੋ ਤੇ ਮਿਹਰ ਇਹ ਕਰ ਦਿਓ ਵੀ ਇਹ ਗਊ ਜਿਹੜੀ ਹੈ ਮਰੀ ਹੋਈ ਵਿਚਾਰੀ, ਇਹਨੂੰ ਜਿਉਂਦੀ ਕਰ ਦਿਓ। ਇਹ ਗਊ ਦੇ ਜਿਉਂਦੀ ਹੋਣ ਕਰਕੇ ਸਭ ਕੁਝ ਠੀਕ ਹੋ ਜਾਣਾ ਹੈ। ਉਸ ਵੇਲੇ ਪਰਮਾਤਮਾ ਭਗਵਾਨ ਕਹਿਣ ਲੱਗੇ ਠੀਕ ਹੈ ਨਾਮਦੇਵ, ਜਿਵੇਂ ਤੁਸੀਂ ਆਖਦੇ ਹੋ ਉਵੇਂ ਕਰ ਲੈਂਦੇ ਹਾਂ। ਮਰੀ ਹੋਈ ਗਊ ਜਿਉਂਦੀ ਕੀਤੀ। ਗਊ ਜਵਾਈ ਬਛੜਾ ਮੇਲ, ਗੁਰਬਾਣੀ ਦਾ ਬਚਨ ਨਾਮਦੇਵ ਨੇ ਖੁਦ ਲਿਖਿਆ ਵੀ ਗਊ ਮਰੀ ਹੋਈ ਜਿਉਂਦੀ ਹੋ ਗਈ ਤੇ ਬਛੜਾ ਉਹਦਾ ਦੁੱਧ ਪੀਣ ਲੱਗ ਪਿਆ। ਉਸ ਵੇਲੇ ਸਲੇਮ ਸ਼ਾਹ ਬਾਦਸ਼ਾਹ ਨੂੰ ਪਤਾ ਲੱਗ ਗਿਆ ਵੀ ਇਹ ਤੇ ਪੂਰਨ ਮਹਾਂਪੁਰਖ ਨੇ, ਇਹਨਾਂ ਦੇ ਹੁਕਮ ਦੇ ਵਿੱਚ ਸਭ ਕੁਝ ਹੋ ਸਕਦਾ। ਫਿਰ ਚਰਨੀ ਪੈ ਕੇ ਤੇ ਮਾਫੀ ਮੰਗਦਾ ਪਿਆ। ਐਸੇ ਨੇ ਭਗਤ ਨਾਮਦੇਵ, ਐਸੀ ਉਹਨਾਂ ਦੀ ਕਮਾਈ ਹੈ। ਇੱਕ ਵਾਰੀ ਭਗਤ ਨਾਮਦੇਵ ਜੀ ਗਿਆਨਦੇਵ ਜੀ ਦੇ ਨਾਲ ਨਾ, ਕਈਆਂ ਗ੍ਰੰਥਕਾਰਾਂ ਨੇ ਗਿਆਨਦੇਵ ਭਗਤ ਜੀਆਂ ਨੂੰ ਸਮਕਾਲੀ ਭਗਤ ਲਿਖਿਆ ਹੈ।
ਕਈਆਂ ਨੇ ਗਿਆਨਦੇਵ ਗੁਰੂ ਵੀ ਲਿਖਿਆ ਹੈ। ਤੇ ਮਾਰਵਾੜੀਆਂ ਦੇ ਇਲਾਕੇ ਵਿੱਚ ਚਲੇ ਗਏ ਤੇ ਉਸ ਵੇਲੇ ਰਿਵਾਜ ਕੀ ਸੀ ਵੀ ਸਵੇਰੇ ਸ਼ਾਮ ਪਾਣੀ ਕੱਢ ਲਓ ਖੂਹ ਦੇ ਵਿੱਚੋਂ ਤੇ ਮੁੜ ਕੇ ਖੂਹਾਂ ਦੇ ਉੱਪਰ ਤਖਤੇ ਲਾ ਕੇ ਨਾ ਫੱਟੀਆਂ ਲਾ ਕੇ ਤੇ ਤਾਲਾ ਲਾ ਦਿੰਦੇ। ਜਿਵੇਂ ਅੱਜ ਵੀ ਆਪਣੇ ਘਰਾਂ ਵਿੱਚ ਸਵੇਰੇ ਸ਼ਾਮ ਵਾਟਰ ਬਕਸ ਦਾ ਪਾਣੀ ਆਉਂਦਾ ਨਾ, ਇਸ ਤਰ੍ਹਾਂ ਖੂਹ ਦੇ ਵਿੱਚੋਂ ਸਵੇਰੇ ਸ਼ਾਮ ਪਾਣੀ ਕੱਢੋ ਤੇ ਦੁਪਹਿਰੇ ਨਹੀਂ ਕੋਈ ਪਾਣੀ ਪੀ ਸਕਦਾ ਹੈ। ਭਗਤ ਨਾਮਦੇਵ ਤੇ ਉਹ ਭਾਈ ਗਿਆਨਦੇਵ ਚਲੇ ਗਏ, ਕਹਿੰਦੇ ਜੀ ਸਾਨੂੰ ਪਾਣੀ ਪਿਆ ਦਿਓ। ਕਹਿੰਦੇ ਜੀ ਪਾਣੀ ਨਹੀਂ ਹੁਣ ਪਿਆਇਆ ਜਾ ਸਕਦਾ, ਹੁਣ ਤੇ ਖੂਹ ਬੰਦ ਕਰ ਦਿੱਤਾ, ਹੁਣ ਤੇ ਸ਼ਾਮ ਨੂੰ ਹੀ ਖੁੱਲ੍ਹੇਗਾ ਤੇ ਫਿਰ ਪਾਣੀ ਪੀ ਸਕਦਾ। ਬਚਨ ਸੁਣ ਕੇ ਨਾਮਦੇਵ ਚੌਂਕੜਾ ਮਾਰ ਕੇ ਬੈਠ ਗਏ। ਉਹ ਗਿਆਨਦੇਵ ਨੇ ਸੋਚਿਆ ਵੀ ਸ਼ਾਮ ਤੱਕ ਤੇ ਪਿਆਸ ਨਾਲ ਹੀ ਮਰ ਜਾਵਾਂਗੇ। ਆਪਣੀ ਤਾਕਤ ਦੇ ਬਲ ਦੇ ਨਾਲ ਨਿੱਕਾ ਜਿਹਾ ਬਣ ਗਿਆ ਮੱਛਰ ਵਰਗਾ, ਤੇ ਉਹ ਜਿਹੜੀਆਂ ਫੱਟੀਆਂ ਲਾ ਲਾ ਕੇ ਖੂਹ ਬੰਦ ਕੀਤਾ ਸੀ ਨਾ, ਉਹ ਫੱਟੀਆਂ ਦੇ ਵਿੱਚੋਂ ਦੀ ਜਾ ਕੇ ਤੇ ਪਾਣੀ ਪੀ ਆਇਆ। ਤੇ ਨਾਮਦੇਵ ਜੀ ਨੂੰ ਆ ਕੇ ਆਖਣ ਲੱਗਾ ਵੀ ਮੈਂ ਤੇ ਪਾਣੀ ਪੀ ਲਿਆ, ਤੇਰੇ ਵਾਸਤੇ ਥੋੜ੍ਹਾ ਲੈ ਆਂਦਾ, ਲੈ ਤੁਸੀਂ ਵੀ ਪੀਣਾ ਕਰੋ। ਨਾਮਦੇਵ ਜੀ ਨੇ ਪੁੱਛਿਆ, ਕਹਿਣ ਲੱਗੇ ਤੁਸੀਂ ਇਹ ਪਾਣੀ ਕਿਵੇਂ ਪੀਤਾ? ਕਹਿਣ ਲੱਗਾ ਮੇਰੇ ਕੋਲ ਰਿਧੀਆਂ ਸਿੱਧੀਆਂ ਮੈਂ ਵਸ ਕੀਤੀਆਂ ਹੋਈਆਂ, ਉਹਨਾਂ ਦੇ ਮੁਤਾਬਕ ਮੈਂ ਆਪਣਾ ਸਰੀਰ ਬਣਾ ਕੇ ਤੇ ਪਾਣੀ ਪੀ ਲਿਆ, ਤੇਰੇ ਵਾਸਤੇ ਲੈ ਆਂਦਾ। ਭਗਤ ਨਾਮਦੇਵ ਜੀ ਕਹਿਣ ਲੱਗੇ ਗਿਆਨਦੇਵ ਜੀ ਨੂੰ, ਕਹਿੰਦੇ ਨਹੀਂ ਫਿਰ ਰਿਧੀਆਂ ਸਿੱਧੀਆਂ ਦੇ ਬਲ ਦੇ ਨਾਲ ਲਿਆਂਦਾ ਪਾਣੀ ਅਸੀਂ ਨਹੀਂ ਪੀਵਾਂਗੇ। ਤੇ ਗਿਆਨਦੇਵ ਜੀ ਕਹਿਣ ਲੱਗੇ ਫਿਰ ਕਿਵੇਂ ਪੀਵੋਗੇ? ਕਹਿੰਦੇ ਹੁਣ ਤੇ ਤਾਂ ਹੀ ਪੀਵਾਂਗੇ ਜੇ ਖੂਹ ਆ ਪਾਣੀ ਪਿਆਵੇ ਆ ਕੇ, ਹੁਣ ਅਸੀਂ ਨਹੀਂ ਪੀਵਾਂਗੇ, ਖੂਹ ਸਾਨੂੰ ਪਿਆਵੇਗਾ। ਕਹਿੰਦੇ ਉਹ ਕਿਵੇਂ ਪਿਆਵੇਗਾ? ਚੌਕੜਾ ਮਾਰ ਕੇ ਬੈਠੇ ਹੋਏ ਮੁਖੋਂ ਬਚਨ ਆਖਿਆ, ਕਹਿਣ ਲੱਗੇ ਮਾਰਵਾੜ ਜੈਸੇ ਬੇਲ ਬਾਹਲਾ। ਗੁਰਬਾਣੀ ਦਾ ਇਹ ਸ਼ਬਦ ਉਚਾਰਿਆ। ਜਦੋਂ ਇਹ ਗੁਰਬਾਣੀ ਦਾ ਸ਼ਬਦ ਪੜ੍ਹਿਆ, ਇਤਿਹਾਸਕਾਰ ਕਹਿੰਦੇ ਨੇ ਖੂਹ ਦੇ ਵਿੱਚੋਂ ਪਾਣੀ ਬਾਹਰ ਆ ਕੇ ਉਛਲਣ ਲੱਗ ਪਿਆ। ਉਸੇ ਵੇਲੇ ਭਰ ਭਰ ਕੇ ਬਾਹਰ ਡੁੱਲਦਾ ਪਿਆ। ਨਾਮਦੇਵ ਜੀ ਨੇ ਇਸ਼ਨਾਨ ਕੀਤਾ, ਜਲ ਛਕਿਆ। ਐਸੀ ਉਹਨਾਂ ਦੀ ਮਹਿਮਾ ਹੈ, ਐਸਾ ਉਹਨਾਂ ਦਾ ਵੱਡਾ ਜੀਵਨ ਹੈ। ਜੇ ਕਿਤੇ ਆਰਤੀ ਕਰਦਿਆਂ ਹੋਇਆਂ ਮੰਦਰ ਵਿੱਚ ਚਲੇ ਜਾਂਦੇ, ਝੂਮ ਝੂਮ ਕੇ ਆਪਣੇ ਚਰਨਾਂ ਦਾ ਜੋੜਾ ਉਤਾਰ ਕੇ ਹੀ ਖੜਤਾਲਾਂ ਦੇ ਵਾਂਗ ਵਜਾਉਣ ਲੱਗ ਪੈਂਦੇ। ਸਮੇਂ ਦੇ ਹੰਕਾਰੀ ਲੋਕਾਂ ਨੇ ਭਗਤ ਨਾਮਦੇਵ ਜੀਆਂ ਨੂੰ ਧੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢਿਆ। ਮੰਦਰ ਤੋਂ ਬਾਹਰ ਆ ਕੇ ਪਿੱਛੇ ਬੈਠ ਕੇ ਆਖਦੇ, ਕਹਿਣ ਲੱਗੇ ਹਿੰਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਤੇ ਉਸ ਵੇਲੇ ਲੈ ਕੰਬਲੀ ਚਲਿਓ ਪਲਟਾਏ, ਜਿਹੋਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਪ੍ਰਾਣੀ ਜੀ ਕੰਬਲੀ ਦੀ ਬੁਕਲੀ ਮਾਰ ਕੇ ਨਾਮਦੇਵ ਜੀ ਮੰਦਰ ਦੇ ਪਿੱਛੇ ਜਾ ਕੇ ਬੈਠ ਗਏ। ਜਾ ਕੇ ਰੱਬ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ। ਨੇਤਰ ਭਰ ਗਏ, ਪਰਮਾਤਮਾ ਤੇਰੇ ਭਗਤ ਨੂੰ ਧੱਕੇ ਮਾਰੇ ਇਹਨਾਂ ਹੰਕਾਰੀ ਲੋਕਾਂ ਨੇ। ਜੇ ਜਾਤ ਪਾਤ ਕਰਕੇ ਹੀ ਮਾਣ ਸਨਮਾਨ ਮਿਲਣਾ, ਫਿਰ ਮੈਨੂੰ ਵੀ ਵੱਡੀ ਜਾਤ ਵਿੱਚ ਪੈਦਾ ਕਰਦਾ। ਜੇ ਜਾਤ ਪਾਤ ਦੀ ਕੋਈ ਗੱਲ ਨਹੀਂ ਹੈ ਤੇ ਫਿਰ ਮੇਰੀ ਇੱਜ਼ਤ ਰੱਖਣਾ ਹੈ ਤੇਰਾ ਫਰਜ਼ ਬਣਦਾ। ਜਦੋਂ ਇਹ ਬਚਨ ਆਖਿਆ ਤੇ ਕਹਿਣ ਲੱਗੇ, ਉਸ ਵੇਲੇ ਭਗਵਾਨ ਜੀ ਕਹਿਣ ਲੱਗੇ ਨਾਮਦੇਵ ਫਿਕਰ ਹੀ ਨਾ ਕਰ, ਮੈਂ ਤੇਰੀ ਐਸੀ ਮਹਿਮਾ ਕਰਾਂਗਾ। ਹੁਣ ਤੇ ਇਹ ਮਹਿਮਾ ਮੰਨ ਲਓ ਥੋੜ੍ਹੀ ਬਹੁਤੀ ਹੁੰਦੀ ਹੈ, ਲੋਕ ਨਾ ਧੱਕਾ ਮਾਰਦੇ, ਹੋ ਸਕਦਾ ਥੋੜ੍ਹਾ ਬਹੁਤਾ ਸਨਮਾਨ ਮਿਲਦਾ, ਪਰ ਤੇਰੀ ਮਹਿਮਾ ਇੰਨੀ ਬਣਾਵਾਂਗੇ ਰਹਿੰਦੀ ਦੁਨੀਆ ਤੱਕ ਨਾਮਦੇਵ ਜੀ ਤੁਹਾਡਾ ਨਾਮ ਰਵੇਗਾ। ਇਹ ਗੱਲ ਕਹਿ ਕੇ ਭਗਵਾਨ ਜੀਆਂ ਨੇ ਮੰਦਰ ਫੇਰ ਕੇ ਉਹਦਾ ਦਰਵਾਜ਼ਾ ਹੀ ਨਾਮਦੇਵ ਦੇ ਵੱਲ ਕਰ ਦਿੱਤਾ। ਬੋਲੇ ਸੋ ਨਿਹਾਲ। ਰਹਿੰਦੀ ਦੁਨੀਆ ਤੱਕ ਜਦੋਂ ਤੱਕ ਉਹ ਮੰਦਰ ਰਵੇਗਾ, ਨਾਮਦੇਵ ਜੀ ਦੀ ਸ਼ੋਭਾ ਇਸੇ ਤਰ੍ਹਾਂ ਹੀ ਬਣੀ ਰਵੇਗੀ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ। ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਲਿਖਿਆ, ਕਹਿਣ ਲੱਗੇ ਭਾਈ ਹੰਕਾਰੀਆਂ ਨੂੰ ਪਿੱਠ ਹੋਈ ਤੇ ਨਾਮਦੇਵ ਨੂੰ ਸਨਮੁਖ ਰੱਖਿਆ ਪਰਮਾਤਮਾ ਨੇ, ਐਸੀ ਸ਼ੋਭਾ ਦੇ ਮਾਲਕ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 61 ਸ਼ਬਦ ਨਾਮਦੇਵ ਭਗਤ ਦੇ ਦਰਜ ਕੀਤੇ ਨੇ। 61 ਸ਼ਬਦ 18 ਰਾਗਾਂ ਦੇ ਵਿੱਚ ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸਰਵਨ ਕਰਦੇ ਹਾਂ। ਜਿਵੇਂ ਆਰਤੀ ਦੇ ਉਹਨਾਂ ਦੇ ਸ਼ਬਦ ਨੇ, ਇਸੇ ਤਰ੍ਹਾਂ ਹੋਰ ਰਾਗਾਂ ਵਿੱਚ ਵੀ ਬੜੇ ਸ਼ਬਦ ਉਹਨਾਂ ਨੇ। ਆਨੀ ਲੈ ਕਾਗਜ਼ ਕਾਟੀ ਲੈ ਕੂੜੀ ਆਕਾਸ ਮਦੇ ਭਰਮਈ ਅਲੇ, ਪੰਜ ਜਨਾ ਸਿਓ ਬਾਤ ਬਤਊਆ ਚੀਰ ਸੋ ਡੋਰੀ ਰਾਖੀ ਅਲੇ। ਇਹ ਸ਼ਬਦ ਉਹਨਾਂ ਨੇ ਲਿਖੇ। ਇਸ ਤਰ੍ਹਾਂ ਦੀ ਮਹਿਮਾ ਦੇ ਉਹ ਮਾਲਕ। ਇਤਿਹਾਸ ਦੇ ਵਿੱਚ ਉਹਨਾਂ ਦੇ ਪਿਤਾ ਦਾ ਨਾਮ ਦਾਮਾ ਸੇਠੀ ਕਰਕੇ ਆਇਆ। ਪਿਤਾ ਦਾ ਨਾਮ ਸੀ ਦਾਮਾ ਸੇਠੀ ਭਗਤ ਨਾਮਦੇਵ ਜੀ ਦੇ। ਅਤੇ ਜਿਹੜੇ ਉਹਨਾਂ ਦੇ ਮਾਤਾ ਜੀ, ਉਹਨਾਂ ਦਾ ਨਾਮ ਸੀ ਗੋਨਾ ਬਾਈ। ਗੋਨਾ ਬਾਈ ਉਹਨਾਂ ਦੇ ਮਾਤਾ ਜੀ ਦਾ ਨਾਮ ਇਤਿਹਾਸਕਾਰਾਂ ਨੇ ਲਿਖਿਆ। ਪਿਤਾ ਜੀ ਦਾ ਨਾਮ ਦਾਮਾ ਸੇਠੀ ਲਿਖਿਆ। ਐਸੇ ਮਹਾਨ ਭਗਤ ਨੇ ਅੱਜ ਦੇ ਦਿਨ ਦੁਨੀਆ ਵਿੱਚ ਅਵਤਾਰ ਧਾਰਿਆ ਹੈ।
ਯਾਤਰਾ ਕਰਦਿਆਂ ਹੋਇਆਂ ਭਗਤ ਨਾਮਦੇਵ ਜੀ ਹੌਲੀ ਹੌਲੀ ਕਈ ਰਾਜਾਂ ਦੇ ਵਿੱਚੋਂ ਵਿਚਰਦੇ ਹੋਏ ਫਿਰ ਪੰਜਾਬ ਦੀ ਧਰਤੀ 'ਤੇ ਆਏ। ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਇੱਕ ਪਿੰਡ ਹੈ ਜਿਸ ਨੂੰ ਘੁਮਾਣ ਕਿਹਾ ਜਾਂਦਾ ਹੈ। ਇਸ ਨਗਰ ਦੇ ਵਿੱਚ ਆ ਕੇ ਚਰਨ ਪਾਏ, ਇੱਥੇ ਆ ਕੇ ਪ੍ਰਭੂ ਭਗਤੀ ਵਿੱਚ ਲੀਨ ਹੋਏ ਅਤੇ ਫਿਰ ਇੱਥੇ ਆਪਣੇ ਜ਼ਿੰਦਗੀ ਦੇ 18 ਸਾਲ ਦਾ ਸਮਾਂ ਲਿਖਿਆ ਹੈ ਵੀ 18 ਸਾਲ ਦੇ ਲਗਭਗ ਭਗਤ ਨਾਮਦੇਵ ਜੀ ਇਸ ਨਗਰ ਇਸ ਇਲਾਕੇ ਦੇ ਵਿੱਚ ਰਹੇ। ਇੱਥੇ ਹੀ ਬੰਦਗੀ ਕਰਦਿਆਂ ਆਪ ਜੀ ਆਪਣਾ 5 ਭੌਤਿਕ ਸਰੀਰ ਤਿਆਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜਮਾਨ ਹੋਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਐਸੇ ਇਹ ਸ਼੍ਰੋਮਣੀ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, 15 ਭਗਤਾਂ ਵਿੱਚ ਜਿਨ੍ਹਾਂ ਦਾ ਨਾਮ ਆਉਂਦਾ, 61 ਸ਼ਬਦ 18 ਰਾਗਾਂ ਵਿੱਚ ਲਿਖਵਾਏ, ਸਮੇਂ ਸਮੇਂ 'ਤੇ ਸੰਸਾਰ ਦੇ ਉੱਚੀ ਜਾਤ ਵਾਲਿਆਂ ਨੂੰ ਵੰਗਾਰਿਆ ਅਤੇ ਪਰਮਾਤਮਾ ਨੇ ਇੱਜ਼ਤ ਰੱਖੀ ਹੈ। ਇੱਕ ਵਾਰੀ ਭਗਤ ਨਾਮਦੇਵ ਜੀ ਆਪਣਾ ਘਰ ਛੱਡ ਕੇ ਯਾਤਰਾ ਕਰਨ ਚਲੇ ਗਏ। ਨੇੜੇ ਕੋਈ ਸ਼ਾਹੂਕਾਰ ਰਹਿੰਦਾ ਹੈ ਤੇ ਉਹਨੇ ਬੜਾ ਸੋਹਣਾ ਮਹਿਲ ਬਣਾਇਆ ਤੇ ਨਾਮਦੇਵ ਦੀ ਛਪਰੀ ਸਾਹਮਣੇ ਆਉਂਦੀ ਪਈ ਹੈ। ਉਹ ਜਿਹੜਾ ਅਮੀਰ ਵਿਅਕਤੀ ਹੈ ਨਾ, ਅਮੀਰ ਨੂੰ ਗਰੀਬ ਦਾ ਕਾਹਦਾ ਡਰ ਹੈ। ਮਿਸਤਰੀ ਨੇ ਆਖਿਆ ਬਣਾਉਣ ਵਾਲੇ ਨੇ ਵੀ ਜੇ ਉਹ ਛਪਰੀ ਸਾਹਮਣੇ ਨਾ ਹੋਵੇ ਤੇਰਾ ਮਹਿਲ ਫਿਰ ਦੂਰੋਂ ਹੀ ਦਿਸੇਗਾ ਤੇ ਬੜਾ ਸੋਹਣਾ ਲੱਗੇਗਾ। ਤੇ ਉਹ ਜਿਹੜਾ ਵਿਅਕਤੀ ਹੈ ਨਾ ਸ਼ਾਹੂਕਾਰ, ਉਹ ਕਹਿਣ ਲੱਗਾ ਲੈ ਆਪਾਂ ਨੂੰ ਕੀ ਡਰ ਹੈ, ਗਰੀਬ ਭਗਤ ਹੈ, ਤੋੜ ਦਿਓ ਝੁੱਗੀ ਪਰੇ ਸੁੱਟੋ ਲਿਜਾ ਕੇ, ਮਹਿਲ ਸੋਹਣਾ ਲੱਗਣਾ ਚਾਹੀਦਾ। ਮਹਿਲ ਬਣ ਗਿਆ। ਭਗਤ ਨਾਮਦੇਵ ਜੀ ਜਦੋਂ ਆਏ ਵੇਖਦੇ ਮੇਰਾ ਤੇ ਘਰ ਹੀ ਨਹੀਂ, ਨੀਆਂ ਹੀ ਪੁੱਟ ਦਿੱਤੀਆਂ, ਨਾਮੋ ਨਿਸ਼ਾਨ ਹੀ ਮੰਡਾ ਦਿੱਤਾ ਤੇ ਮਹਿਲ ਬੜਾ ਸੋਹਣਾ ਬਣਾਇਆ। ਪੁੱਛਿਆ ਕਿਸੇ ਕੋਲੋਂ, ਕਹਿੰਦੇ ਆ ਸ਼ਾਹੂਕਾਰ ਨੇ ਆ ਕੰਮ ਕੀਤਾ। ਸ਼ਾਹੂਕਾਰ ਦੇ ਕੋਲ ਜਾ ਕੇ ਉਹਨਾਂ ਨੇ ਫਿਰ ਬਚਨ ਆਖਿਆ, ਕਹਿਣ ਲੱਗੇ ਗਹਿਰੀ ਕਰਕੇ ਨੀਂਵ ਖੁਦਾਈ ਉੱਪਰ ਮੰਡਪ ਛਾਏ। ਸ਼ਾਹੂਕਾਰਾ ਵੇਖ ਕਿੰਨੀਆਂ ਡੂੰਘੀਆਂ ਨੀਆਂ ਪੱਟ ਕੇ ਉੱਤੇ ਐਡਾ ਸੋਹਣਾ ਮਹਿਲ ਬਣਾਇਆ ਹੈ। ਮਾਰ ਕੰਡੇ ਤੇ ਕੋਦ ਘਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਦੁਨੀਆ ਵਿੱਚ ਮਾਰ ਕੰਡਾ ਲਿਖੀ ਹੋਇਆ, ਉਹਦੇ ਕੱਖਾਂ ਦੀ ਛੰਨ ਪਾ ਕੇ ਜ਼ਿੰਦਗੀ ਕੱਢ ਦਿੱਤੀ ਹੈ। ਲੰਮੀ ਉਮਰਾਂ ਦਾ ਮਾਲਕ ਉਹਨੂੰ ਮੰਨਿਆ ਹੈ ਤੇ ਤੂੰ ਜ਼ਿੰਦਗੀ ਪਤਾ ਨਹੀਂ ਹੈ ਕਿ ਨਹੀਂ ਹੈ, ਐਡਾ ਵੱਡਾ ਮਹਿਲ ਉਸਾਰ ਲਿਆ ਤੇ ਸਾਡੇ ਗਰੀਬਾਂ ਦੀ ਛਾਨੀ ਪੱਟਦੀ ਹੈ। ਭਗਤਾਂ ਸੰਤਾਂ ਨਾਲ ਇਸ ਤਰ੍ਹਾਂ ਨਹੀਂ ਕਰੀਦਾ ਹੈ। ਬਚਨ ਲਿਖਿਆ ਦੁਰਬਾਸਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਾਨੇ ਆਪਣੇ ਉੱਪਰ ਨਾਮ ਦਿਓ, ਹਰ ਗੁਣ ਗਾਏ। ਤੇਰੇ ਕੋਲ ਮਹਿਲ ਹੈ, ਮੇਰੇ ਕੋਲ ਛਪਰੀ ਹੈ, ਭਾਵੇਂ ਤੂੰ ਵੀ ਤੋੜ ਦਿੱਤੀ ਹੈ, ਪਰ ਮੇਰੇ ਉੱਪਰ ਅਕਾਲ ਪੁਰਖ ਦੀ ਕਿਰਪਾ ਹੈ, ਮੈਂ ਛਪਰੀ ਤੋਂ ਬਿਨਾਂ ਵੀ ਉਹਦੇ ਗੁਣਾਂ ਨੂੰ ਗਾਉਂਦਾ ਪਿਆ ਹਾਂ। ਇਸ ਤਰ੍ਹਾਂ ਉਸ ਸ਼ਾਹੂਕਾਰ ਨੂੰ ਉਪਦੇਸ਼ ਦੇ ਕੇ ਆਪ ਚਲੇ ਗਏ। ਪਰਮਾਤਮਾ ਜੀ ਨੇ ਵੇਖਿਆ ਮੇਰੇ ਭਗਤ ਦਾ ਤੇ ਘਰ ਟੁੱਟ ਗਿਆ ਹੈ ਤੇ ਬਾਹਰ ਰੜੇ ਮੈਦਾਨ 'ਚ ਬੈਠ ਗਏ ਨੇ। ਉਸ ਵੇਲੇ ਆਪ ਆ ਗਿਆ ਭਗਵਾਨ ਜੀ ਨੌਕਰ ਬਣ ਕੇ। ਗੁਰਮੁਖੋ, ਨੌਕਰ ਬਣਨਾ ਸੌਖਾ ਨਹੀਂ ਹੈ, ਪਰ ਭਗਵਾਨ ਜੀ ਕਿੰਨਾ ਪਿਆਰ ਕਰਦੇ ਆਪਣੇ ਭਗਤਾਂ ਦੇ ਨਾਲ। ਉਸ ਵੇਲੇ ਭਗਵਾਨ ਜੀ ਖੁਦ ਮਿਸਤਰੀ ਬਣ ਕੇ ਨਾ ਛੱਪਰ ਬਣਾਉਂਦੇ ਪਏ। ਬੜਾ ਹੀ ਸੋਹਣਾ ਛੱਪਰ ਬਣਾਇਆ, ਚੰਗੀ ਤਰ੍ਹਾਂ ਕੱਸ ਕੇ ਤਣ ਕੇ ਬੜਾ ਸੋਹਣਾ ਲੱਗਿਆ। ਛੱਪਰ ਬਣਾਇਆ ਤੇ ਨਾਮਦੇਵ ਜੀ ਨੂੰ ਲਿਆਂਦਾ, ਉਹਦੇ ਵਿੱਚ ਕਹਿੰਦੇ ਇੱਥੇ ਬੈਠਿਆ ਕਰੋ, ਤੁਹਾਨੂੰ ਬਣਾ ਦਿੱਤਾ ਘਰ। ਨਾਮਦੇਵ ਜੀ ਬੈਠੇ ਤੇ ਗੁਆਂਢਣ ਨੇ ਵੇਖ ਲਿਆ ਵੀ ਇੰਨਾ ਸੋਹਣਾ ਛੱਪਰ ਬਣਾਇਆ ਭਗਤ ਨੇ। ਉਸ ਵੇਲੇ ਆਪਾਂ ਨੂੰ ਕੋਈ ਚੰਗੀ ਚੀਜ਼ ਲੱਗੇ ਤੇ ਆਪਾਂ ਕਹਿੰਦੇ ਆ ਨਾ ਕਿੱਥੋਂ ਲੈ ਕੇ ਆਇਆ, ਸਾਨੂੰ ਵੀ ਦੱਸ, ਅਸੀਂ ਵੀ ਲੈ ਕੇ ਆਈਏ। ਤੇ ਉਹ ਗੁਆਂਢਣ ਨੇ ਫਿਰ ਆਖਿਆ, ਬੀਬੀ ਨੇ ਕਹਿਣ ਲੱਗੀ ਵੀ ਇੰਨਾ ਸੋਹਣਾ ਮਿਸਤਰੀ, ਇੰਨੀ ਸੋਹਣੀ ਛਪਰੀ ਬਣਾਉਣ ਵਾਲਾ ਭਗਤ ਨਾਮਦੇਵ, ਉਹਦਾ ਤਾਂ ਪਤਾ ਮੈਨੂੰ ਵੀ ਦੱਸ, ਮੈਂ ਵੀ ਉਹਨੂੰ ਲਿਆ ਕੇ ਇਹੋ ਜਿਹਾ ਘਰ ਬਣਾਵਾਂ। ਤੇ ਉਸ ਵੇਲੇ ਭਗਤ ਨਾਮਦੇਵ ਜੀ ਬਚਨ ਸੁਣਦੇ ਪਏ ਤੇ ਉਹਨਾਂ ਨੇ ਬਚਨ ਫਿਰ ਆਖਿਆ, ਕਹਿਣ ਲੱਗੇ ਪਾੜ ਪੜੋਸਣ ਪੂਛ ਲੈ ਨਾਮਾ, ਕਾਪੈ ਸ਼ਾਨ ਸ਼ਿਵਾਈ ਹੋ। ਗੁਰਬਾਣੀ ਦਾ ਬਚਨ ਹੈ ਪਾੜ ਪੜੋਸਣ, ਪੜੋਸਣ ਤੋਂ ਭਾਵ ਗੁਆਂਢਣ, ਨੇੜੇ ਰਹਿਣ ਵਾਲੇ। ਉਹਨੇ ਪੁੱਛਿਆ ਕਾਪੈ ਸ਼ਾਨ ਸ਼ਿਵਾਈ ਹੋ, ਕਿਸ ਦੇ ਕੋਲੋਂ ਇਹ ਛਪਰੀ ਬਣਾਈ ਹੈ, ਤੋਪਹਿ ਦੁਗਣੀ ਮਜ਼ਦੂਰੀ ਦੇ ਹੋ। ਇਸ ਤੋਂ ਪਹਿਲਾਂ ਕਿ ਭਗਤ ਨਾਮਦੇਵ ਜੀ ਦੱਸ ਦੇ, ਉਹ ਕਹਿਣ ਲੱਗੀ ਤੂੰ ਮੈਨੂੰ ਮਿਸਤਰੀ ਦਾ ਪਤਾ ਦੱਸ ਦੇ, ਜੇ ਤੂੰ 10 ਪੈਸੇ ਦਿਹਾੜੀ ਦਿੱਤੀ ਹੈ ਮੈਂ 20 ਪੈਸੇ ਦੇਵਾਂਗੀ, ਤੇਰੇ ਨਾਲੋਂ ਦੁੱਗਣੀ ਦੇਵਾਂਗੀ। ਜੇ ਤੂੰ 50 ਪੈਸੇ ਦਿਹਾੜੀ ਦੇ ਕੇ ਲਿਆਂਦਾ ਮੈਂ ਰੁਪਈਆ ਵੀ ਦੇਣ ਨੂੰ ਤਿਆਰ। ਉਹਦਾ ਆਤਾ ਪਤਾ ਦੱਸ। ਤੋਪਹਿ ਦੁੱਗਣੀ ਮਜ਼ਦੂਰੀ ਦੇ ਹਾਂ, ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇਵਾਂ ਜੇ ਉਹ ਆ ਜਾਵੇ ਮਿਸਤਰੀ। ਤੋਪਹਿ ਦੁੱਗਣੀ ਮਜ਼ਦੂਰੀ ਦਹਿ ਵਧੈ ਹੋ, ਜਿਹੜਾ ਆ ਕੇ ਛਪਰੀ ਨੂੰ ਬਣਾਵੇ। ਭਗਤ ਨਾਮਦੇਵ ਜੀ ਨੇ ਬਚਨ ਸੁਣਿਆ, ਕਹਿਣ ਲੱਗੇ ਰੀ ਬਾਈ, ਐ ਮਾਤਾ, ਐ ਬੀਬੀ, ਬੇਡੀ ਦੇਣ ਨਾ ਜਾਈ। ਉਹ ਮਿਸਤਰੀ ਦਿੱਤਾ ਹੀ ਨਹੀਂ ਜਾ ਸਕਦਾ ਹੈ।
ਹੈਰਾਨ ਹੋ ਕੇ ਪੁੱਛਿਆ ਵੀ ਉਹ ਮਿਸਤਰੀ ਦਿੱਤਾ ਨਹੀਂ ਜਾ ਸਕਦਾ? ਕਿਉਂ ਨਹੀਂ ਦਿੱਤਾ ਜਾ ਸਕਦਾ? ਜਦੋਂ ਮੈਂ ਦੁੱਗਣੀ ਮਜ਼ਦੂਰੀ ਦੇ ਰਹੀ ਹਾਂ, ਫਿਰ ਤੇ ਦਿੱਤਾ ਜਾ ਸਕਦਾ। ਨਾਮਦੇਵ ਜੀ ਕਹਿਣ ਲੱਗੇ ਬਚਨ ਇਹ ਹੈ ਕਿ ਉਹ ਜਿਹੜਾ ਬੇਢੀ ਹੈ ਨਾ ਮਿਸਤਰੀ, ਉਹ ਰੁਪਈਆਂ ਦੀ ਮਜ਼ਦੂਰੀ ਨਹੀਂ ਲੈਂਦਾ ਹੈ। ਤੇਰੇ ਮਨ ਦਾ ਚਾਅ ਮੇਰੇ ਕੋਲ ਪੈਸਾ, ਉਹ ਪੈਸੇ ਦੀ ਮਜ਼ਦੂਰੀ ਨਹੀਂ ਲੈਂਦਾ। ਪੁੱਛਿਆ ਫਿਰ ਬੀਬੀ ਨੇ ਵੀ ਕੀ ਲੈਂਦਾ ਹੈ? ਕਹਿਣ ਲੱਗੇ ਬੇਢੀ ਪ੍ਰੀਤ ਮਜ਼ਦੂਰੀ ਮੰਗੈ, ਉਹ ਪ੍ਰੇਮ ਰੂਪੀ ਮਜ਼ਦੂਰੀ ਮੰਗਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਤ। ਉਹ ਪ੍ਰੇਮ ਰੂਪੀ ਮਜ਼ਦੂਰੀ ਮੰਗਦਾ ਹੈ, ਪ੍ਰੇਮ ਤੋਂ ਬਿਨਾਂ ਨਹੀਂ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਉਹਨੂੰ ਮੁੱਲ ਦੇ ਲੈ ਲੈਣਾ ਹੈ ਤੇ ਮਨ ਦੇਣਾ ਪਵੇਗਾ, ਪ੍ਰੇਮ ਦੇਣਾ ਪਵੇਗਾ, ਪ੍ਰੇਮ ਦੇ ਵਸ ਵਿੱਚ ਆਉਂਦਾ ਹੈ। ਤੋ ਆਪਨ ਬੇਢੀ ਆਵੈ ਹੋ ਤਾਂ ਆਉਂਦਾ ਹੈ। ਮਹਾਰਾਜ ਜੀਆਂ ਨੇ ਬਚਨ ਲਿਖਿਆ ਬੇਢੀ ਪ੍ਰੀਤ ਮਜ਼ਦੂਰੀ ਮੰਗੈ ਤੋ ਆਪਨ ਬੇਢੀ ਆਵੈ ਹੋ। ਤੇ ਫਿਰ ਉਹਨਾਂ ਨੇ ਬਚਨ ਭਗਤ ਨਾਮਦੇਵ ਜੀਆਂ ਨੇ ਇਸੇ ਸ਼ਬਦ ਵਿੱਚ ਹੀ ਅੱਗੇ ਜਾ ਕੇ ਹੋਰ ਦੀ ਹੋਰ ਬਖਸ਼ਿਸ਼ ਕਰਕੇ ਉਪਦੇਸ਼ ਦਿੱਤਾ। ਕਹਿਣ ਲੱਗੇ ਮਿਸਤਰੀ ਕੋਈ ਆਮ ਨਹੀਂ ਹੈ ਜਿਹੜਾ ਹਰੇਕ ਦੇ ਛੱਪਰ ਬੰਨੇ। ਇਹ ਮਿਸਤਰੀ ਉਹ ਹੈ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਹੈ। ਇੱਕ ਵਾਰੀ ਆਖੀਏ ਸਤਨਾਮ। ਜਿਹਨੇ ਦੁਨੀਆ ਬਣਾਈ ਹੈ ਉਹਨੇ ਮੇਰਾ ਆ ਕੇ ਛੱਪਰ ਬਣਾਇਆ ਹੈ। ਐਸੀ ਮਹਿਮਾ ਜਾਣ ਕੇ ਉਹ ਬੀਬੀ ਚਰਨਾਂ ਤੇ ਢਹਿ ਪਈ। ਕਹਿਣ ਲੱਗੇ ਫਿਰ ਨਾਮਦੇਵ ਤੁਹਾਡੀ ਤੇ ਮਹਿਮਾ ਵੱਡੀ ਹੈ। ਇਸ ਤਰ੍ਹਾਂ ਦੇ ਸ਼੍ਰੋਮਣੀ ਭਗਤ ਦਾ ਅੱਜ ਅਵਤਾਰ ਦਿਹਾੜਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਜਿਸ ਗੁਰਮੁਖ ਮਹਾਂਪੁਰਖ ਨੇ ਆਪਣੀ ਜ਼ਿੰਦਗੀ ਨੂੰ ਕਮਾਉਂਦਿਆਂ ਹੋਇਆਂ ਅਕਾਢ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਏ, ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਲਈਆਂ, ਆਪਣੇ ਜਨਮ ਜੀਵਨ ਨੂੰ ਸਫਲਾ ਬਣਾਇਆ, ਸਮੇਂ ਸਮੇਂ 'ਤੇ ਸਰਕਾਰਾਂ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ, ਆਪਣਿਆਂ ਭਗਤਾਂ ਸ਼ਰਧਾਲੂਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਇਹ ਅੱਜ ਦਾ ਦਿਹਾੜਾ ਪ੍ਰਾਪਤ ਹੋ ਰਿਹਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਜੋ ਸੱਜਣ ਅਸੀਸੜੀਆਂ ਮਿਲੋ। ਤੁਝ ਹੀ ਕੀਆ ਜੰਮਣ ਮਰਨਾ, ਗੁਰ ਤੇ ਸਮਝ ਪੜੀ ਕਿਆ ਡਰਨਾ। ਤੂੰ ਦਿਆਲ ਦਇਆ ਕਰ ਦੇਖੇ, ਦੁੱਖ ਦਰਦ ਸਰੀਰੋਂ ਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਅੱਜ ਨਾਮਦੇਵ ਜੀਆਂ ਦਾ ਜਨਮ ਦਿਹਾੜਾ ਹੋਣ ਕਰਕੇ ਸ਼ਾਮ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਜਾ ਰਹੇ ਨੇ। ਢਾਡੀ ਸਿੰਘ ਆ ਕੇ ਇਸ ਦੀਵਾਨ ਦੀ ਸ਼ੋਭਾ ਬਣਾਉਣਗੇ। ਸੋ ਰਹਿਰਾਸ ਸਾਹਿਬ ਜੀ ਦੇ ਪਾਠ ਰੋਜ਼ਾਨਾ ਦੇ ਵਾਂਗ ਹੀ ਸਰਵਣ ਕਰਾਂਗੇ। ਉਪਰੰਤ ਆਰਤੀ ਆਰਤੇ ਦੇ ਕੀਰਤਨ ਤੇ 6:15 ਵਜੇ ਦੇ ਸਮੇਂ ਦੇ ਮੁਤਾਬਕ ਢਾਡੀ ਜਥੇ ਦੀਵਾਨ ਦੀ ਪ੍ਰਾਰੰਭਤਾ ਕਰਨਗੇ। 2 ਘੰਟੇ ਦਾ ਇਹ ਦੀਵਾਨ ਚੱਲੇਗਾ। ਆਪ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਵੀ ਤਿਆਰ ਹੋਣਗੇ। ਸ਼ਾਮ ਦੇ ਦੀਵਾਨ ਵਿੱਚ ਅੱਜ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪ੍ਰਾਪਤ ਹੋ ਰਿਹਾ। 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਨਾਲ ਹੀ 25 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਅਤੇ 25 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ ਜਾਂ ਕੋਈ ਸਧਾਈ ਕਰਾਉਣੀ ਹੈ, ਆਪਣੇ ਨਾਂ ਲਿਖਾਉਣ ਦੀ ਕਿਰਪਾਲਤਾ ਕਰੋ ਭਾਈ। ਸੋ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਣਾ ਅਤੇ ਇਹ ਮੌਕਾ ਵੀ ਵਾਰ-ਵਾਰ ਨਹੀਂ ਮਿਲਣਾ ਹੈ। ਇਸ ਕਰਕੇ ਗੁਰੂ ਵਾਲੇ ਬਣੀਏ ਅਤੇ ਆਪਣਾ ਜਨਮ ਸਫਲਾ ਕਰੀਏ। 26 ਤਰੀਕ ਨੂੰ ਨਗਰ ਕੀਰਤਨ ਜਿਹੜਾ ਹੈ ਉਹ ਪ੍ਰਾਰੰਭ ਹੋ ਰਿਹਾ ਹੈ। ਨਗਰ ਕੀਰਤਨ ਦਾ ਜਿਹੜਾ ਰਸਤਾ ਹੈ, ਰੂਟ ਬਾਹਰ ਜਿਹੜਾ ਹੈ ਲਿਖ ਕੇ ਲਾ ਦਿੱਤਾ, ਆਪ ਸੰਗਤਾਂ ਨੋਟ ਕਰ ਸਕਦੇ ਹੋ। ਜਿਨ੍ਹਾਂ ਨੇ ਚਾਹ ਪਾਣੀ, ਜਲ ਪਾਣੀ ਜਾਂ ਫਲਾਂ ਦੀ ਸੇਵਾ ਕਰਨੀ ਹੈ ਨਗਰ ਕੀਰਤਨ ਦੇ ਅੰਦਰ ਜਾਂ ਪੜਾਵਾਂ 'ਤੇ, ਉਹ ਵੀ ਸੰਗਤਾਂ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰੋ। 27 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਤੇ ਉਪਰੰਤ ਦੀਵਾਨ ਸਜਣਗੇ। ਇਹ ਬੇਨਤੀ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।